ਵਾਹਿਗੁਰੂ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਗਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਬਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਜਿਸਮੈ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਹਾਂਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਉੱਤਰ ਦੇਸ਼ ਕੋ ਸਨਮੁਖ ਕਰਕੇ ਜਾਤ ਭਇਓ ਸਤਿਗੁਰੂ ਸਿਮਰ ਕੈ। ਉੱਤਰ ਦੇਸ਼ ਕੋ ਸਨਮੁਖ ਕਰਕੇ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਸਦਾ ਇੱਜ਼ਤ ਰੱਖਣ ਵਾਲੇ, ਪੱਤ ਰੱਖਣ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸਿੱਖ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਮਹਾਰਾਜ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰੇਮ ਮਹਾਰਾਜ। ਨਾਲ ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਆਪ ਸਮੂਹ ਸੰਗਤ ਬੜੇ ਹੀ ਪਿਆਰ ਦੇ ਨਾਲ ਸੱਜ ਕੇ ਬੈਠੇ ਹੋ। ਵਾਹਿਗੁਰੂ ਜੀ ਨੇ ਸਾਨੂੰ ਜੋ ਸਵਾਸ ਬਖਸ਼ਿਸ਼ ਕੀਤੇ ਹਨ ਉਸ ਵਿੱਚੋਂ ਜਿੰਨਾ ਸਮਾਂ ਵੀ ਆਪ ਜੀ ਇੱਥੇ ਬੈਠੋਗੇ ਮਹਾਰਾਜ ਜੀ ਕਿਰਪਾ ਕਰਨਗੇ ਉਹ ਸਾਡੇ ਸਵਾਸ ਜਿਹੜੇ ਹਨ ਉਹ ਸਫਲੇ ਵਿੱਚ ਹਨ, ਭਾਵ ਲੇਖੇ ਵਿੱਚ ਹਨ, ਸਫਲੇ ਹਨ। ਸੋ ਬੜੇ ਹੀ ਪਿਆਰ ਦੇ ਨਾਲ ਸਾਰੀ ਸੰਗਤ ਦੋਵੇਂ ਹੱਥ ਜੋੜੋ, ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਿੱਖ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਸਤਿਗੁਰੂ ਜੀ ਦੀ ਮਹਾਨ ਪਵਿੱਤਰ ਪਾਵਨ ਕਥਾ ਨੂੰ ਸਰਵਣ ਕਰ ਰਹੇ ਹੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਮਹਾਨ ਪਵਿੱਤਰ ਜਸ ਆਪ ਜੀ ਨੇ ਇੱਥੋਂ ਤੱਕ ਸਰਵਣ ਕੀਤਾ। ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕਿਰਪਾ ਕਰਦੇ ਹਨ, ਦਇਆ ਕਰਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਬਾਬੇ ਪ੍ਰਿਥੀਏ ਤੇ ਬਾਬੇ ਮਹਾਦੇਵ ਦੀ ਗੁਜਰਾਨ ਵਾਸਤੇ ਵੀ ਕੋਈ ਨਾ ਕੋਈ ਉਪਰਾਲਾ ਜਿਹੜਾ ਹੈ ਉਹ ਮਹਾਰਾਜ ਨੇ ਕੀਤਾ ਜੀ। ਕੁਝ ਦੁਕਾਨਾਂ ਦਾ ਕਿਰਾਇਆ ਜਿਹੜਾ ਹੈ ਉਹ ਬਾਬੇ ਪ੍ਰਿਥੀਏ ਨੂੰ ਦੇ ਦਿੱਤਾ, ਆਖਿਆ ਵੀ ਤੁਸੀਂ ਲਿਆ ਕਰੋ, ਤੁਹਾਡਾ ਵੀ ਗੁਜ਼ਾਰਾ ਚੱਲ ਜਾਵੇ। ਭਾਵੇਂ ਦੋਵਾਂ ਨੇ ਰਲ ਕੇ ਬਾਬਾ ਪ੍ਰਿਥੀਆ ਤੇ ਬਾਬਾ ਮਹਾਦੇਵ ਜੀ
ਦੋਵਾਂ ਨੇ ਰੱਜ ਕੇ ਗੁਰੂ ਅਰਜਨ ਸਾਹਿਬ ਜੀ ਦੀ ਵਿਰੋਧਤਾ ਕੀਤੀ, ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਿਰ ਵੀ ਉਹਨਾਂ ਦਾ ਭਲਾ ਕਰਦੇ ਹਨ। ਮਹਾਰਾਜ ਉਹਨਾਂ ਉੱਤੇ ਕਿਰਪਾ ਕਰਦੇ ਹਨ। ਬਾਬੇ ਪ੍ਰਿਥੀਏ ਦੇ ਘਰ ਵਿੱਚ ਪੁੱਤਰ ਦਾ ਜਨਮ ਹੋਇਆ। ਬਾਬਾ ਪ੍ਰਿਥੀਆ ਵੇਖਦਾ ਹੈ ਵੀ ਮੇਰੇ ਪੁੱਤਰ ਨੂੰ ਮਹਾਰਾਜ ਬੜਾ ਪਿਆਰ ਕਰਦੇ ਹੈ, ਤੇ ਇਹ ਸੋਚਦੇ ਆ ਵੀ ਗੁਰਤਾ ਗੱਦੀ ਜਿਹੜੀ ਹੈ ਸ਼ਾਇਦ ਮਹਾਰਾਜ ਸਾਡੇ ਪੁੱਤਰ ਨੂੰ ਦੇ ਦੇਣ। ਇਹ ਵੀ ਸੋਚਦੇ ਵੀ ਇਹਨਾਂ ਦੇ ਘਰ ਅੱਗੋਂ ਪੁੱਤਰ ਨਹੀਂ ਪੈਦਾ ਹੋਣਾ। ਸੋ ਇਹ ਕਥਾ ਤੁਸੀਂ ਕੱਲ ਸੁਣੀ। ਅੱਗੋਂ ਮਹਾਰਾਜ ਨੇ ਸਾਰੀ ਸੰਗਤ ਨੂੰ ਬਿਠਾ ਕੇ ਬਚਨ ਕੀਤਾ, ਭਾਈ ਸਿੱਖੋ ਪਰਉਪਕਾਰੀ ਬਣੋ, ਕਿਸੇ ਨਾ ਕਿਸੇ ਦਾ ਭਲਾ ਕਰੋ। ਜਿਹੜਾ ਪਰਉਪਕਾਰ ਕਰਦਾ ਹੈ ਨਾ ਜੀ, ਉਹਦੇ ਜੀਵਨ ਦੇ ਵਿੱਚ ਆਨੰਦ ਵੱਧਦਾ ਜਾਂਦਾ ਹੈ ਜੀ। ਪਰਉਪਕਾਰ ਨਹੀਂ ਕਰਨਾ, ਕਠੋਰ ਰਹਿਣਾ ਤੇ ਬਾਣੀ ਪੜ੍ਹੀ ਜਾਣੀ, ਉਹਦੇ ਨਾਲ ਆਨੰਦ ਦੀ ਪ੍ਰਾਪਤੀ ਨਹੀਂ ਹੁੰਦੀ ਜੀ। ਗੁਰੂ ਅਰਜਨ ਸਾਹਿਬ ਕਹਿਣ ਲੱਗੇ ਭਾਈ ਪਰਉਪਕਾਰ ਕਰਿਆ ਕਰੋ। ਪਰਉਪਕਾਰ ਬੜੇ ਤਰੀਕਿਆਂ ਦੇ ਨੇ। ਖੂਹ ਲਵਾ ਦੇਣਾ ਵੀ ਇੱਕ ਪਰਉਪਕਾਰ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਗੱਲ ਕੀਤੀ, ਕਰਦਿਆਂ ਕਰਦਿਆਂ ਗੱਲ ਮਹਾਰਾਜ ਨੇ ਹਰਿਮੰਦਰ ਸਾਹਿਬ ਦੇ ਸਰੋਵਰ ਤੇ ਲੈ ਕੇ ਆਂਦੀ ਜੀ। ਮਹਾਰਾਜ ਕਹਿਣ ਲੱਗੇ ਤੀਰਥ ਬਣਾਉਣ ਦਾ ਬੜਾ ਵੱਡਾ ਫਲ ਹੈ, ਤੇ ਤੀਰਥਾਂ ਵਿੱਚੋਂ ਉਹ ਤੀਰਥ ਵੱਡਾ ਜਿਹੜਾ ਗੁਰੂ ਦਾ ਹੋਵੇ। ਕਹਿਣ ਲੱਗੇ ਤੇ ਗੁਰੂਆਂ ਵਿੱਚੋਂ ਕਿਹੜੇ ਗੁਰੂ ਵੱਡੇ ਨੇ? ਗੁਰੂਆਂ ਵਿੱਚੋਂ ਵੱਡੇ ਨੇ ਗੁਰੂ ਨਾਨਕ ਸਾਹਿਬ ਜੀ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਦਾ ਅਸਥਾਨ ਹੈ, ਤੇ ਉਹਨਾਂ ਦੇ ਅਸਥਾਨ ਤੇ ਮੇਰੇ ਪਿਤਾ ਗੁਰੂ ਜੀ ਚੌਥੇ ਥਾਂ ਤੇ ਬੈਠੇ ਸਾਨੂੰ ਹੁਕਮ ਕਰ ਗਏ ਹੈ ਤੀਰਥ ਬਣਾਉਣਾ। ਕਹਿਣ ਲੱਗੇ ਤੇ ਤੀਰਥ ਤਾਂ ਹੀ ਬਣੇਗਾ ਜੇ ਮਾਇਆ ਹੋਏਗੀ। ਮਾਇਆ ਪਹਾੜੀ ਰਾਜਿਆਂ ਦੇ ਕੋਲ ਹੈਗੀ ਹੈ, ਤੇ ਕੋਈ ਸਿੱਖ ਹੋਵੇ ਜਿਹੜਾ ਉਹ ਪਹਾੜੀ ਰਾਜੇ ਦੇ ਕੋਲ ਜਾਵੇ। ਹੁਣ ਗੱਲ ਬੜੇ ਧਿਆਨ ਨਾਲ ਸੁਣਿਓ। ਪਹਾੜੀ ਰਾਜੇ ਦੀ ਗੱਲ ਤੇ ਮਹਾਰਾਜ ਇੱਕ ਬਹਾਨਾ ਬਣਾ ਰਹੇ ਨੇ ਜੀ। ਅਸਲ ਵਿੱਚ ਗੁਰੂ ਦੀ ਸਿੱਖੀ ਦਾ ਪ੍ਰਚਾਰ ਵੀ ਵਧੇਗਾ, ਤੇ ਰਾਜੇ ਦਾ ਵੀ ਮਹਾਰਾਜ ਨੇ ਭਲਾ ਕਰਨਾ ਹੈ ਜੀ। ਇਹ ਤੇ ਇੱਕ ਗੁਰੂ ਸਾਹਿਬ ਨੇ ਬਹਾਨਾ ਬਣਾਇਆ। ਗੁਰੂ ਸਾਹਿਬ ਦੇ ਕੋਲ ਕਿਹੜੀ ਮਾਇਆ ਦੀ ਕਮੀ ਹੈਗੀ ਹੈ ਜੀ? ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਕੋ ਮਾਇਆ ਦੀ ਕਮੀ ਥੋੜੀ ਹੈਗੀ ਜੀ ਕੋਈ। ਜਿੰਨੀ ਮਹਾਰਾਜ ਚਾਹਣ ਮਾਇਆ ਉਨੀ ਪ੍ਰਗਟ ਕਰ ਲੈਣ। ਉਹ ਤੇ ਮਾਲਕ ਹੈਗੇ ਆ, ਆਪ ਰੱਬ ਪਰਮੇਸ਼ਰ ਨੇ, ਤੇ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਰਾਜੇ ਦਾ ਵੀ ਮਹਾਰਾਜ ਨੇ ਭਲਾ ਕਰਨਾ ਹੈ ਜੀ। ਚੇਤਾ ਰੱਖਿਓ, ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ। ਮਹਾਰਾਜ ਤੇ ਸਭਨਾਂ ਦਾ ਭਲਾ ਚਾਹੁੰਦੇ ਆ, ਸਭਨਾਂ ਦਾ ਹੀ ਭਲਾ ਚਾਹੁੰਦੇ ਆ। ਸੋ ਆਪ ਜੀ ਨੇ ਸਰਵਣ ਕੀਤਾ। ਹਜ਼ੂਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਜਿਹੜਾ ਸਿੱਖ ਇਸ ਕੰਮ ਵਿੱਚ ਉਦਮ ਕਰੇਗਾ ਉਹਦਾ ਇਸ ਲੋਕ ਵਿੱਚ ਵੀ ਭਲਾ ਹੋਏਗਾ, ਉਹਦਾ ਪਰਲੋਕ ਵਿੱਚ ਵੀ ਭਲਾ ਹੋਏਗਾ। ਬੜੀਆਂ ਬਖਸ਼ਿਸ਼ਾਂ ਮਹਾਰਾਜ ਨੇ ਵਰਤਾਈਆਂ, ਬੜੀ ਮਿਹਰ ਵਰਤਾਈ, ਬੜੀ ਕਿਰਪਾ ਵਰਤਾਈ ਸੱਚੇ ਪਾਤਸ਼ਾਹ ਜੀ ਨੇ ਜੀ। ਸਿੱਖ ਕਹਿਣ ਲੱਗੇ ਮਹਾਰਾਜ ਉਹ ਜਿਹੜੇ ਰਾਜੇ ਨੇ ਉਹ ਕਿਹੜੇ ਗੁਰੂ ਦੀ ਮੱਤ ਵਾਲੇ ਆ? ਤੇ ਮਹਾਰਾਜ ਉਹਨਾਂ ਦੇ ਕੋਲੋਂ ਜਾ ਕੇ ਉਗਰਾਹੀ ਕਰਨੀ, ਮਾਇਆ ਮੰਗਣੀ, ਤੇ ਜਦੋਂ ਅਸੀਂ ਮੰਗਾਂਗੇ ਉਹਨਾਂ ਦੇਣੀ ਨਹੀਂ ਹੈ। ਤੇ ਮਹਾਰਾਜ ਕਹਿਣ ਲੱਗੇ ਭਾਈ ਇਹ ਮਹਾਨ ਤੀਰਥ ਬਣਨਾ ਹੈ, ਹਰਿਮੰਦਰ ਸਾਹਿਬ ਮਹਾਨ ਤੀਰਥ ਬਣਨਾ ਹੈ। ਇਹ ਸਾਡਾ ਉਦਮ ਨਹੀਂ ਹੈ, ਇਹ ਗੁਰੂ ਨਾਨਕ ਸਾਹਿਬ ਜੀ ਦਾ ਉਦਮ ਹੈ। ਕਿਉਂ? ਸਾਧ ਸੰਗਤ ਜੀ, ਮਹਾਂਪੁਰਖਾਂ ਦੇ ਦੱਸਣ ਦੇ ਮੁਤਾਬਕ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਦੇ ਨਾਲ ਇਸ ਸਥਾਨ ਤੇ ਆਉਂਦੇ ਰਹੇ ਨੇ ਜੀ। ਦਰਬਾਰ ਸਾਹਿਬ ਗੁਰੂ ਨਾਨਕ ਸਾਹਿਬ ਜੀ ਨੇ ਵੀ ਚਰਨ ਪਾਏ ਹੈ, ਗੁਰੂ ਅੰਗਦ ਸਾਹਿਬ ਜੀ ਨੇ ਵੀ ਪਾਏ ਹੈ, ਗੁਰੂ ਅਮਰਦਾਸ ਜੀ ਨੇ ਵੀ ਪਾਏ ਹੈ ਜੀ। ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਨੇ ਆਖਿਆ ਭਾਈ ਸਿੱਖੋ ਤੁਸੀਂ ਭਰੋਸਾ ਰੱਖੋ, ਕਾਰਜ ਗੁਰੂ ਸਾਹਿਬ ਨੇ ਆਪੇ ਹੀ ਸਵਾਰ ਦੇਣੇ। ਤੇ ਫਿਰ ਇੱਕ ਸਿੱਖ ਭਾਈ ਕਲਿਆਣਾ ਜੀ ਉੱਠੇ ਹਨ। ਭਾਈ ਕਲਿਆਣਾ ਜੀ ਕਹਿੰਦੇ ਮਹਾਰਾਜ ਮੇਰੇ ਤੇ ਮਿਹਰ ਕਰੋ, ਮੈਂ ਜਾਣ ਨੂੰ ਤਿਆਰ ਹੈਗਾ। ਸੱਚੇ ਪਾਤਸ਼ਾਹ ਆਪ ਕਿਰਪਾ ਕਰੋ, ਹੁਣ ਅੱਗੋਂ ਇਤਿਹਾਸ ਸਰਵਣ ਕਰੋ। ਭਾਈ ਸਾਹਿਬ ਕਹਿਣ ਲੱਗੇ ਮਹਾਰਾਜ ਮੈਂ ਤੇ ਬਹਾਨਾ ਹੈਗਾ,
ਕਰਨ ਕਰਾਉਣ ਵਾਲੇ ਤੇ ਤੁਸੀਂ ਹੈਗੇ ਹੋ ਸੱਚੇ ਪਾਤਸ਼ਾਹ। ਸੋ ਹੁਣ ਆਪਾਂ ਅੱਗੇ ਕਥਾ ਸਰਵਣ ਕਰੀਏ। ਭਾਈ ਕਲਿਆਣਾ ਜੀ ਜਾ ਰਹੇ ਆ ਪਹਾੜੀ ਇਲਾਕੇ ਵਿੱਚ। ਸਾਰੀਆਂ ਸੰਗਤਾਂ ਸੁਰਤ ਟਿਕਾਓ, ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਉੱਤਰ ਦਿਸ਼ ਕੋ ਸਨਮੁਖ ਕਰਕੇ। ਭਾਈ ਕਲਿਆਣਾ ਜੀ ਉੱਤਰ ਦਿਸ਼ਾ ਵੱਲ ਆਪਣਾ ਮੁਖ ਕਰ ਲਿਆ ਜੀ ਉਹਨਾਂ ਨੇ ਜੀ। ਹਾਂਜੀ। ਜਾਤ ਭਇਓ ਸਤਿਗੁਰੂ ਸਿਮਰ ਕੈ। ਤੇ ਮਨ ਵਿੱਚ ਗੁਰੂ ਅਰਜਨ ਸਾਹਿਬ ਜੀ ਦਾ ਧਿਆਨ ਧਾਰ ਲਿਆ ਜੀ। ਬੜਾ ਵੱਡਾ ਕਾਰਜ ਹੈਗਾ ਜੀ, ਬਗਾਨੇ ਦੇਸ਼ ਵਿੱਚ ਜਾ ਕੇ ਆਪਣੇ ਗੁਰੂ ਦੀ ਗੱਲ ਕਰਨੀ ਜੀ। ਮਨ ਵਿੱਚ ਗੁਰੂ ਅਰਜਨ ਸਾਹਿਬ ਜੀ ਦਾ ਧਿਆਨ ਧਾਰ ਲਿਆ ਜੀ ਉਹਨਾਂ ਨੇ। ਹਾਂਜੀ। ਸਨੇ ਸਨੇ ਮੰਡੀ ਚੱਲ ਆਇਓ। ਸਹਿਜੇ ਸਹਿਜੇ ਚਲਦਿਆਂ ਚਲਦਿਆਂ ਮੰਡੀ ਦੇ ਵਿੱਚ ਆਏ ਜੀ। ਮੰਡੀ ਦੇ ਵਿੱਚ ਆਏ। ਮੰਡੀ ਤੁਹਾਨੂੰ ਪਤਾ ਹੀ ਹੈ ਕਿੱਥੇ ਹੈ ਜੀ। ਹਾਂਜੀ। ਪੁਰੀ ਪਰਵੇਸ਼ ਹੇਰ ਮਨ ਭਾਇਓ। ਤੇ ਮੰਡੀ ਦਾ ਇਲਾਕਾ ਅੱਜ ਵੀ ਬੜਾ ਸੋਹਣਾ ਤੇ ਪਹਿਲਾਂ ਵੀ ਬੜਾ ਸੋਹਣਾ ਬਣਿਆ ਹੋਇਆ ਸੀਗਾ ਜੀ। ਭਾਈ ਕਲਿਆਣਾ ਜੀ ਨੇ ਉਹ ਮੰਡੀ ਦੀ ਨਗਰੀ ਵੇਖੀ ਬਣੀ ਹੋਈ ਜੀ ਸਾਰੀ, ਹਿਮਾਚਲ ਪ੍ਰਦੇਸ਼ ਦੇ ਵਿੱਚ ਹੈ ਜੀ। ਉਹ ਨਗਰ ਵੇਖ ਕੇ ਭਾਈ ਕਲਿਆਣਾ ਜੀ ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ ਤੇ ਭਾਈ ਕਲਿਆਣਾ ਜੀ ਨੂੰ ਨਗਰ ਚੰਗਾ ਲੱਗਾ ਜੀ। ਹਾਂਜੀ। ਨਿਜ ਸੁਖ ਪਿਖ ਥਲ ਡੇਰਾ ਕੀਨ। ਵਧੀਆ ਜਗ੍ਹਾ ਵੇਖ ਕੇ, ਸੁਖਦ ਜਗ੍ਹਾ ਵੇਖ ਕੇ ਭਾਈ ਕਲਿਆਣਾ ਜੀ ਨੇ ਡੇਰਾ ਕਰ ਲਿਆ ਜੀ ਇੱਕ ਥਾਂ ਤੇ। ਹਾਂਜੀ। ਨਿਸਮਹਿ ਕਰ ਬਿਸਰਾਮ ਪਰਬੀਨ। ਤੇ ਰਾਤ ਉੱਥੇ ਵਿਸ਼ਰਾਮ ਕਰਦੇ ਆ, ਰੋਜ਼ ਰਾਤ ਉੱਥੇ ਰਹਿੰਦੇ ਆ ਭਾਈ ਸਾਹਿਬ। ਹਾਂਜੀ। ਚਿਤ ਮਹਿ ਅਨੇਕ ਉਪਾਏ। ਤੇ ਹੁਣ ਨਾ ਭਾਈ ਕਲਿਆਣਾ ਜੀ ਆਪਣੇ ਮਨ ਵਿੱਚ ਸੋਚਦੇ ਰਹਿੰਦੇ ਇੱਕ ਗੱਲ ਜੀ। ਹਾਂਜੀ। ਕਿਮ ਗੁਰ ਕੋ ਮਾਨਹਿ ਨਰ ਰਾਏ। ਕਿ ਬੰਦਿਆਂ ਨਾਲ ਗੱਲ ਮੈਂ ਕੀ ਕਰਾਂ, ਗੱਲ ਤੇ ਕਰੀਏ ਰਾਜੇ ਦੇ ਨਾਲ, ਪਰ ਹੁਣ ਰਾਜਾ ਮੇਰੀ ਗੱਲ ਕਿਵੇਂ ਮੰਨੇਗਾ। ਹਾਂਜੀ। ਆ ਵੇਖ ਲਓ, ਰਾਜੇ ਨਾਲ ਗੱਲ ਕਰਨੀ, ਕਿਸਾਨ ਬੈਠੇ ਆ, ਅਗਲਾ ਗੱਲ ਹੀ ਨਹੀਂ ਸੁਣਨ ਦਿਆ ਜੀ। ਹੰਕਾਰ ਵੱਧ ਗਿਆ ਨਾ ਜੀ, ਤੇ ਹੰਕਾਰਿਆ ਸੋ ਮਾਰਿਆ। ਹਾਂਜੀ। ਬੜਾ ਹੰਕਾਰ ਹੈ। ਕਿੱਡੇ ਕਿੱਡੇ ਗੁਰਮੁਖ ਬੰਦੇ ਜਾ ਕੇ ਬੈਠੇ ਜੀ ਉੱਥੇ। ਉਹ ਸੋਚਣ ਦਿਆ ਵੀ ਗੱਲ ਮੈਂ ਰਾਜੇ ਨਾਲ ਕਰਾਂ ਫਿਰ ਮੇਰੀ ਗੱਲ ਬਣਨੀ ਹੈ। ਹਾਂਜੀ। ਜਿਸ ਤੇ ਅਰਪਹਿ ਦਰਬ ਬਿਸਾਲ। ਤੇ ਰਾਜੇ ਨਾਲ ਗੱਲ ਕਰਾਂ ਤੇ ਰਾਜਾ ਫਿਰ ਖੁੱਲੀ ਮਾਇਆ ਦੇਵੇ। ਗੱਲ ਤੇ ਸੰਗਤ ਜੀ ਮਾਇਆ ਦੀ ਵੀ ਨਹੀਂ ਹੈਗੀ ਜੀ। ਗੱਲ ਤੇ ਮਹਾਰਾਜ ਨੇ ਇੱਕ ਬਹਾਨਾ ਬਣਾਇਆ ਰਾਜੇ ਦਾ ਭਲਾ ਕਰਨ ਵਾਸਤੇ ਜੀ। ਹਾਂਜੀ। ਸੁੰਦਰ ਬਨਹਿ ਸੰਪੂਰਨ ਤਾਲ। ਰਾਜਾ ਖੁੱਲੀ ਮਾਇਆ ਦੇਵੇ ਤੇ ਸੋਹਣਾ ਵੱਡਾ ਸਰੋਵਰ ਬਣੇ, ਵਿੱਚ ਪੌੜੀਆਂ ਬਣਨ ਵੱਡੀਆਂ ਵੱਡੀਆਂ। ਹਾਂਜੀ। ਕਾਰਜ ਮਹਾ ਹੋਏ ਉਪਕਾਰੂ। ਬੜਾ ਉਪਕਾਰ ਵਾਲਾ ਕੰਮ ਹੈ, ਪਰ ਹੋਣਾ ਉਦੋਂ ਹੈ ਜਦੋਂ ਕਿਸੇ ਨਾ ਕਿਸੇ ਤਰੀਕੇ ਨਾਲ ਰਾਜੇ ਨਾਲ ਮਿਲਿਆ ਗਿਆ ਜੀ। ਤੇ ਰਾਜੇ ਨਾਲ ਮਿਲਣਾ ਸੌਖਾ ਨਹੀਂ, ਤੁਸੀਂ ਵੇਖਣ ਹੀ ਰਹੇ ਹੋ ਜੀ। ਹਾਂਜੀ। ਮਮ ਆਵਨ ਹੋਏ ਸਫਲ ਉਦਾਰੂ। ਤਾਂ ਹੀ ਮੇਰਾ ਆਇਆ ਸਫਲਾ ਹੋਏਗਾ ਨਾ ਜੀ। ਪਹਾੜੀ ਇਲਾਕੇ ਵਿੱਚ ਭਾਈ ਕਲਿਆਣਾ ਜੀ ਜਾ ਕੇ ਬੈਠ ਗਏ ਨੇ ਤੇ ਹੁਣ ਰੋਜ਼ ਹੀ ਇਹੋ ਜਿਹੀਆਂ ਗੱਲਾਂ ਸੋਚਦੇ ਆ ਜੀ। ਹਾਂਜੀ। ਕਿਤਕ ਦਿਵਸ ਤਹਿ ਬਸਤ ਬਿਤਾਏ। ਕੁਝ ਦਿਨ ਰਹਿੰਦੇ ਰਹੇ ਜੀ। ਭਾਈ ਕਲਿਆਣਾ ਜੀ ਗੁਰੂ ਅਰਜਨ ਸਾਹਿਬ ਜੀ ਨੂੰ ਬੇਨਤੀਆਂ ਕਰਦੇ ਰਹਿੰਦੇ, ਹੇ ਸੱਚੇ ਪਾਤਸ਼ਾਹ ਮਹਾਰਾਜ ਉਹ ਖੇਡ ਕਿਵੇਂ ਬਣੇਗੀ। ਮਹਾਰਾਜ ਰਾਜੇ ਨਾਲ ਮਿਲਣਾ ਹੈ, ਮਹਾਰਾਜ ਕਿਵੇਂ ਮਿਲਾਂ ਰਾਜੇ ਨਾਲ। ਸਿੱਧਾ ਮਿਲਣ ਨਹੀਂ ਸੀ ਦਿੰਦੇ ਲੋਕ। ਤੇ ਮਹਾਰਾਜ ਕਿਰਪਾ ਕਰੋ। ਨਾਲੇ ਉਹ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦਾ ਦਿੱਤਾ ਹੋਇਆ ਗੁਰਮੰਤਰ ਭਾਈ ਕਲਿਆਣਾ ਜੀ ਉਹਦਾ ਜਾਪ ਵੀ ਕਰਦੇ ਆ ਰੋਜ਼। ਹਾਂਜੀ।
ਮਿਲਨ ਭੂਪ ਕੋ ਘਾਤ ਨਾ ਪਾਏ। ਕਈ ਦਿਨ ਹੋ ਗਏ ਐ ਭਾਈ ਕਲਿਆਣਾ ਜੀ ਨੂੰ ਰਹਿੰਦਿਆਂ, ਪਰ ਸੰਗਤ ਜੀ ਰਾਜੇ ਨੂੰ ਮਿਲਣ ਦਾ ਮੌਕਾ ਹੀ ਨਹੀਂ ਬਣਦਾ ਜੀ। ਸੌਖਾ ਕੰਮ ਨਹੀਂ ਸੀ ਹੁੰਦਾ ਜੀ। ਤੁਸੀਂ ਵੇਖ ਲਓ, ਅਗਲੇ ਨੇ ਨਹੀਂ ਮਿਲਣ ਦੇਣਾ ਜੀ, ਬਾਰਡਰ ਸੀਲ ਕੀਤੇ ਪਏ ਆ, ਬਾਹਰ ਬੈਠੇ ਦਿੱਲੀ ਦੇ ਜੀ ਜਾ ਕੇ। ਹਾਂਜੀ, ਜਨਮ ਅਸ਼ਟਮੀ ਕੋ ਦਿਨ ਆਵਾ। ਤੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ ਗੱਜ ਕੇ। ਵਾਹਿਗੁਰੂ। ਗੁਰੂ ਸਾਹਿਬ ਨੇ ਕਿਰਪਾ ਕੀਤੀ, ਢੋ ਢੁੱਕ ਗਿਆ ਜੀ। ਜਨਮ ਅਸ਼ਟਮੀ ਵਾਲਾ ਦਿਨ ਆਇਆ ਜੀ, ਭਾਵ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਦਿਨ ਆਇਆ ਜੀ। ਹਾਂਜੀ, ਨਗਰ ਸਗਰ ਨਰ ਬਰਤ ਰਖਾਵਾ। ਤੇ ਹਰ ਸਾਲ ਦੀ ਤਰ੍ਹਾਂ ਸਾਰੇ ਨਗਰ ਨੇ ਵਰਤ ਰੱਖਿਆ ਹੋਇਆ ਸੀਗਾ ਜੀ ਕ੍ਰਿਸ਼ਨ ਜਨਮ ਅਸ਼ਟਮੀ ਦਾ। ਹਾਂਜੀ, ਨ੍ਰਿਪ ਕੀ ਆਗਿਆ ਪੁਰ ਮਹਿ ਹੋਈ। ਇਹ ਰਾਜੇ ਦਾ ਨਾ, ਮੰਡੀ ਦੇ ਰਾਜੇ ਦਾ ਹੁਕਮ ਸੀਗਾ ਸਾਰਿਆਂ ਨੂੰ ਜੀ। ਹਾਂਜੀ, ਠਾਕਰ ਬਰਤ ਰਖਹਿ ਸਭ ਕੋਈ। ਕੀ ਜਿੰਨੇ ਲੋਕ ਮੰਡੀ ਵਿੱਚ ਰਹਿ ਰਹੇ ਐ, ਸਾਰੇ ਜਨਮ ਅਸ਼ਟਮੀ ਦਾ ਵਰਤ ਰੱਖਣ। ਹੁਣ ਰਾਜੇ ਦਾ ਹੁਕਮ ਹੈ, ਕੌਣ ਟਾਲੇ। ਹਾਂਜੀ, ਪ੍ਰਾਂਤ ਭਈ ਤੇ ਸਭ ਚੱਲ ਜਾਵਹੋ। ਤੇ ਜਦੋਂ ਜਨਮ ਅਸ਼ਟਮੀ ਵਾਲੀ ਰਾਤ ਲੰਘ ਜੇ, ਅੰਮ੍ਰਿਤ ਵੇਲਾ ਹੋਵੇ, ਹਾਂਜੀ, ਸਾਲ ਗ੍ਰਾਮ ਦਰਸ ਕੋ ਪਾਵਹੋ। ਤੇ ਸਾਰੇ ਸਾਲਗ੍ਰਾਮ ਦਾ ਦਰਸ਼ਨ ਕਰੋ। ਸਾਲਗ੍ਰਾਮ ਕੀ ਹੈ? ਇੱਕ ਵਿਸ਼ੇਸ਼ ਕਿਸਮ ਦਾ ਪੱਥਰ ਹੈ, ਜਿਹਨੂੰ ਸਾਧ ਸੰਗਤ ਜੀ ਟਿੱਕੇ ਲਾ ਕੇ ਠਾਕਰ ਜੀ ਕਹਿੰਦੇ ਹੈ। ਭਗਤ ਧੰਨਾ ਜੀ ਨੂੰ ਇਹੋ ਲਪੇਟ ਕੇ ਦਿੱਤਾ ਸੀ ਨਾ ਜੀ। ਹਾਂਜੀ, ਚਰਨਾਮ੍ਰਿਤ ਤੇ ਬਰਤ ਉਪਾਵਹੋ। ਤੇ ਸਾਲਗ੍ਰਾਮ ਦੇ ਦਰਸ਼ਨ ਕਰਕੇ, ਸਾਲਗ੍ਰਾਮ ਦਾ ਜਿਹੜਾ ਇਸ਼ਨਾਨ ਕਰਾਇਆ ਜਲ ਹੈ ਨਾ, ਉਹ ਮੁਖ ਵਿੱਚ ਪਾ ਕੇ ਸਾਰਾ ਨਗਰ ਜਿਹੜਾ ਹੈ, ਸਾਰਾ ਰਾਜ ਜਿਹੜਾ ਉਹ ਵਰਤ ਖੋਲੇਗਾ। ਇਹ ਰਾਜੇ ਨੇ ਹੁਕਮ ਕੀਤਾ ਹੋਇਆ ਸੀਗਾ ਜੀ। ਕ੍ਰਿਸ਼ਨ ਕ੍ਰਿਸ਼ਨ ਮੁਖ ਨਾਮ ਸੰਭਾਰੋ। ਤੇ ਸਾਰੇ ਆਪਣੇ ਮੁਖ ਤੋਂ ਸ਼੍ਰੀ ਕ੍ਰਿਸ਼ਨ ਸ਼੍ਰੀ ਕ੍ਰਿਸ਼ਨ ਸ਼੍ਰੀ ਕ੍ਰਿਸ਼ਨ ਇਸ ਤਰ੍ਹਾਂ ਕਹੋ। ਇਹ ਰਾਜੇ ਦਾ ਹੁਕਮ ਸੀਗਾ ਸਾਧ ਸੰਗਤ ਜੀ। ਹਾਂਜੀ, ਪੁਰ ਨਰ ਸਭਨ ਕਰੀ ਕ੍ਰਿਤ ਸੋਈ। ਗੱਜ ਕੇ ਆਖੋ ਵਾਹਿਗੁਰੂ। ਹੁਣ ਰਾਜੇ ਦਾ ਹੁਕਮ ਹੈ ਤੇ ਮੇਟੇ ਕੌਣ ਜੀ? ਸਾਰਾ ਮੰਡੀ ਰਾਜ ਜਿਹੜਾ ਹੈ ਨਾ, ਉਹ ਇਸੇ ਤਰ੍ਹਾਂ ਕੀਤਾ ਸਾਰਿਆਂ ਨੇ ਜੀ। ਹਾਂਜੀ, ਭੋਜਨ ਕਰਤ ਪਇਓ ਨਹਿ ਕੋਈ। ਕਿਸੇ ਨੇ ਭੋਜਨ ਨਹੀਂ ਛਕਿਆ, ਪ੍ਰਸ਼ਾਦਾ ਨਹੀਂ ਛਕਿਆ। ਵੇਖ ਲਓ, ਉਲਟ ਕੰਮ ਹੈ। ਸਾਡੇ ਗੁਰਪੁਰਬ ਹੋਣ, ਅਸੀਂ ਰੱਜ ਕੇ ਲੰਗਰ ਲਾਉਂਦੇ ਆ ਜੀ, ਉਹਨਾਂ ਕਿਸੇ ਨੇ ਛਕਿਆ ਹੀ ਕੁਝ ਨਹੀਂ ਜੀ। ਹਾਂਜੀ, ਜਾਗਰਨ ਕੀਨ ਜਾਮਨੀ ਸਾਰੀ। ਤੇ ਸਾਰੀ ਰਾਤ ਜਾਗਦੇ ਰਹੇ। ਹੁਣ ਵੀ ਜਦੋਂ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਦਿਨ ਹੁੰਦਾ ਹੈ ਨਾ, ਤੇ ਸਾਰੀ ਰਾਤ ਜਾਗਦੇ ਆ। ਜਦੋਂ 12 ਵੱਜਦੇ ਆ, ਮੰਦਰਾਂ ਦੇ ਵਿੱਚ ਟੱਲ ਖੜਕਦੇ ਆ, ਤੇ ਫਿਰ ਕੁਝ ਛਕਦੇ ਆ। ਹੁਣ ਵੀ ਇਹ ਮਰਿਆਦਾ ਉਹਨਾਂ ਦੀ ਚੱਲਦੀ ਹੈ। ਸੋ ਸਾਰੀ ਰਾਤ ਕਿਸੇ ਨੇ ਕੁਝ ਨਹੀਂ ਛਕਿਆ। ਉਤਸਵ ਹੋਇਸ ਪੁਰੀ ਮਝਾਰੀ। ਨਗਰ ਦੇ ਵਿੱਚ ਬੜੀਆਂ ਖੁਸ਼ੀਆਂ, ਸਜਾਇਆ ਗਿਆ ਨਗਰ, ਬੜਾ ਚਾਅ ਹੈ ਜੀ ਸਾਰਿਆਂ ਨੂੰ। ਹਾਂਜੀ, ਪ੍ਰਾਂਤ ਭਈ ਸਭ ਠਾਕੁਰ ਦੁਆਰੇ। ਪ੍ਰਾਤ ਭਈ, ਪ੍ਰਾਤ ਭਈ ਸਭ ਠਾਕੁਰ ਦੁਆਰੇ। ਜਦੋਂ ਅੰਮ੍ਰਿਤ ਵੇਲਾ ਹੋਇਆ, ਦਿਨ ਚੜ੍ਹਿਆ, ਤੇ ਸਾਰੇ ਠਾਕੁਰ ਦੇ ਦੁਆਰੇ ਗਏ ਜੀ। ਹਾਂਜੀ, ਚਰਨਾਮ੍ਰਿਤ ਲੈ ਮੁਖ ਮੋਹ ਧਾਰੇ। ਤੇ ਸਾਰਿਆਂ ਨੇ ਉਹ ਚਰਨਾਮ੍ਰਿਤ ਛਕਿਆ ਜੀ, ਤੇ ਵਰਤ ਖੋਲਿਆ ਆਪਣਾ ਜੀ। ਹਾਂਜੀ, ਜਥਾ ਜੋਗ ਕੀਨਸ ਨਰ ਸਭਹੂ। ਸਾਰਿਆਂ ਨੇ ਉਵੇਂ ਕੀਤਾ ਜਿਵੇਂ ਰਾਜੇ ਦਾ ਹੁਕਮ ਸੀਗਾ ਜੀ। ਪਰ ਉਹ ਕੰਮ ਹੋਇਆ ਜੋ ਅੱਜ ਹੋ ਰਿਹਾ ਜੀ। ਅੱਜ ਕੌਣ ਅੜਿਆ ਜੀ? ਸਭ ਤੋਂ ਪਹਿਲਾਂ ਗੁਰੂ ਦੇ ਸਿੱਖ ਜਾ ਕੇ ਅੜੇ ਹੋਏ ਆ ਜੀ। ਪੰਜਾਬ ਦਾ ਕਿਸਾਨ ਅੜ ਗਿਆ ਜਾ ਕੇ ਜੀ, ਗੁਰੂ ਕੇ ਸਿੱਖ ਅੜੇ ਜੀ। ਬਾਕੀ ਰਾਜ ਬਾਅਦ ਵਿੱਚ ਆਏ ਜੀ ਸਾਰੇ ਜੀ। ਸਾਰੇ ਰਾਜ ਨੇ ਗੱਲ ਮੰਨ ਲਈ ਰਾਜੇ ਦੀ ਜੀ।
ਹਾਂਜੀ, ਗੁਰ ਕੇ ਸਿੱਖ ਨਾ ਮਾਨੀ ਤਬ ਆਪਾਂ ਹੂੰ। ਗੱਜ ਕੇ ਆਖੋ। ਵਾਹਿਗੁਰੂ। ਭਾਈ ਕਲਿਆਣਾ ਜੀ ਗੁਰੂ ਜੀ ਦਾ ਹੁਕਮ ਮੰਨਣ ਵਾਲੇ ਨੇ। ਭਾਈ ਕਲਿਆਣਾ ਜੀ ਨੇ ਨਹੀਂ ਇਸ ਤਰ੍ਹਾਂ ਕੀਤਾ ਜੀ। ਭਾਈ ਕਲਿਆਣਾ ਜੀ ਨੇ ਗੁਰੂ ਜੀ ਦਾ ਹੁਕਮ ਮੰਨਿਆ, ਰਾਜੇ ਦਾ ਹੁਕਮ ਨਹੀਂ ਮੰਨਿਆ ਜੀ। ਹਾਂਜੀ, ਨਹਿ ਬਰਤ ਕੀਨ ਨਾ ਮੰਦਰ ਗਇਓ। ਨਾ ਤੇ ਉਹਨਾਂ ਵਰਤੀ ਰੱਖਿਆ ਜੀ, ਆਪਣਾ ਬਣਾ ਕੇ ਪ੍ਰਸ਼ਾਦਾ ਪਾਣੀ ਛਕਿਆ। ਹਾਂਜੀ, ਤੇ ਨਾ ਉਹ ਮੰਦਰ ਗਏ ਜੀ। ਕੌਣ ਜੀ? ਭਾਈ ਕਲਿਆਣਾ ਜੀ। ਹਾਂਜੀ, ਨਹਿ ਚਰਨ ਅੰਮ੍ਰਿਤ ਧਾਰਨ ਕਇਓ। ਤੇ ਜਦੋਂ ਮੰਦਰ ਹੀ ਨਹੀਂ ਗਏ ਤੇ ਚਰਨ ਅੰਮ੍ਰਿਤ ਕਿੱਥੋਂ ਛਕਣਾ ਸੀਗਾ ਜੀ। ਹਾਂਜੀ, ਜਾਮ ਜਾਮਨੀ ਕਰਹਿ ਇਸਨਾਨ। ਭਾਈ ਸਾਹਿਬ ਦਾ ਨਿਤਨੇਮ ਹੈ। ਭਾਈ ਸਾਹਿਬ ਅੰਮ੍ਰਿਤ ਵੇਲੇ ਉੱਠ ਜਾਂਦੇ ਆ ਜੀ। ਭਾਈ ਕਲਿਆਣਾ ਜੀ। ਸਿੱਖ ਕਿਸੇ ਵੀ ਦੇਸ਼ ਵਿੱਚ ਚਲੇ ਜੇ, ਉਹਦਾ ਨਿਤਨੇਮ ਮਰਿਆਦਾ ਨਹੀਂ ਛੁੱਟਣੀ ਚਾਹੀਦੀ। ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਉੱਠ ਜਾਂਦੇ ਆ, ਉੱਠ ਕੇ ਇਸ਼ਨਾਨ ਕਰਦੇ ਆ। ਹਾਂਜੀ, ਪਠ ਹੈ ਗੁਰ ਕੇ ਸ਼ਬਦ ਮਹਾਨ। ਤੇ ਵੇਖ ਲੋ, ਸਿੱਖਣ ਵਾਲੀ ਗੱਲ ਹੈ। ਭਾਈ ਕਲਿਆਣਾ ਜੀ ਨੂੰ ਗੁਰੂ ਜੀ ਦੀ ਬਾਣੀ ਜ਼ੁਬਾਨੀ ਯਾਦ ਹੈਗੀ ਹੈ ਜੀ। ਜਿਹੜੇ ਸ਼ਬਦ ਭਾਈ ਸਾਹਿਬ ਜੀ ਨੂੰ ਜ਼ੁਬਾਨੀ ਯਾਦ ਨੇ ਨਾ, ਭਾਈ ਸਾਹਿਬ ਉਹਨਾਂ ਸ਼ਬਦਾਂ ਦਾ ਪਾਠ ਕਰਦੇ ਹਰ ਰੋਜ਼ ਜੀ। ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਦਾ ਪਾਠ ਕਰਦੇ ਆ ਜੀ। ਹਾਂਜੀ, ਭੋਜਨ ਅਲਪਹ ਅਚਹਿ ਇੱਕ ਕਾਲ। ਫਿਰ ਭੋਜਨ ਛਕਦੇ ਆ। ਫਿਰ ਭੋਜਨ ਛਕਦੇ ਆ, ਤੇ ਭੋਜਨ ਜ਼ਿਆਦਾ ਨਹੀਂ ਛਕਦੇ, ਥੋੜਾ ਛਕਦੇ ਆ। ਪਰ ਜਿੰਨਾ ਚਿਰ ਤੱਕ ਗੁਰਬਾਣੀ ਨਹੀਂ ਪੜ੍ਹਦੇ, ਉਹਨਾਂ ਚਿਰ ਤੱਕ ਛਕਦੇ ਕੁਝ ਨਹੀਂ ਜੀ। ਸੰਗਤ ਜੀ, ਤੁਸੀਂ ਗੁਰੂ ਸਾਹਿਬ ਜੀ ਦੀ ਕਥਾ ਸੁਣਦੇ ਹੋ, ਇੱਕ ਗੱਲ ਚੇਤਾ ਰੱਖਿਓ, ਬਿਨਾਂ ਜਪਜੀ ਸਾਹਿਬ ਦੇ ਪਾਠ ਕਰਨ ਤੋਂ ਬਗੈਰ ਜੇ ਸਿੱਖ ਕੁਝ ਛਕਦਾ, ਉਹ ਤਨਖਾਹੀਆ ਹੈ ਜੀ। ਤਨਖਾਹੀਆ ਹੈ। ਕਈਆਂ ਨੂੰ ਕੀ ਹੈ? ਕਈਆਂ ਨੂੰ ਬੈੱਡ ਟੀ ਚਾਹੀਦੀ ਹੈ ਜੀ। ਹਾਂਜੀ, ਉੱਠਦੇ ਬਾਅਦ ਵਿੱਚ ਮੰਜੇ ਤੇ ਹੀ ਉਹਨਾਂ ਨੂੰ ਚਾਹ ਚਾਹੀਦੀ ਹੈ। ਇਹ ਗੁਰੂ ਦੇ ਸਿੱਖਾਂ ਵਾਲੇ ਕੰਮ ਨਹੀਂ ਹੈਗੇ ਜੀ। ਤੁਸੀਂ ਸੁਣੀ, ਸਿੱਖ ਦੀ ਰਹਿਤ ਸੁਣੀ ਹੈ। ਭਾਈ ਕਲਿਆਣਾ ਜੀ ਅੰਮ੍ਰਿਤ ਵੇਲੇ ਉੱਠਦੇ ਆ, ਬਾਣੀ ਪੜ੍ਹਦੇ ਆ, ਫਿਰ ਉਹ ਕੁਝ ਛਕਦੇ ਆ, ਤੇ ਜੋ ਛਕਦੇ ਆ ਉਹ ਥੋੜਾ ਛਕਦੇ ਆ। ਸਤਿਗੁਰ ਸਿਮਰਹਿ ਸ਼ਰਧਾ ਨਾਲ। ਤੇ ਬੜੀ ਸ਼ਰਧਾ ਦੇ ਨਾਲ ਭਾਈ ਕਲਿਆਣਾ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਮਹਾਰਾਜ ਨੂੰ ਸ਼ਰਧਾ ਨਾਲ ਚੇਤੇ ਕਰਦੇ ਰਹਿੰਦੇ ਆ। ਹਾਂਜੀ, ਨਿਕਟ ਜੇ ਨਰ ਪਿਖ ਕਰ ਤਿਸ ਚਾਲੀ। ਗੱਜ ਕੇ ਆਖੋ ਵਾਹਿਗੁਰੂ। ਉਹ ਜਿਹੜਾ ਨੇੜੇ ਰਹਿੰਦਾ ਸੀ ਨਾ ਜੀ ਭਾਈ ਕਲਿਆਣਾ ਜੀ ਦੇ ਲਾਗੇ, ਜਿਹਦਾ ਘਰ ਸੀਗਾ, ਉਹਨੇ ਵੇਖਿਆ ਨਾ ਇਹਨੇ ਵਰਤ ਰੱਖਿਆ, ਨਾ ਇਹ ਠਾਕਰਾਂ ਦੇ ਦੁਆਰੇ ਗਿਆ, ਤੇ ਇਹ ਕੁਝ ਹੋਰ ਹੀ ਪੜ੍ਹਦਾ। ਹਾਂਜੀ, ਬੂਝਿਓ ਬਰਤਨ ਕੀਨਸ ਕਾਲੀ। ਉਹਨੇ ਫਿਰ ਭਾਈ ਸਾਹਿਬ ਜੀ ਨੂੰ ਪੁੱਛਿਆ ਜੀ, ਗੱਜ ਕੇ ਆਖੋ ਵਾਹਿਗੁਰੂ। ਭਾਈ ਸਾਹਿਬ ਜੀ ਨੂੰ ਪੁੱਛਿਆ। ਕੀ ਪੁੱਛਿਆ? ਕਹਿਣ ਲੱਗਾ ਜੀ ਤੁਸੀਂ ਕੱਲ ਵਰਤ ਨਹੀਂ ਰੱਖਿਆ। ਹਾਂਜੀ, ਆਜ ਨਾ ਗਮਨਿਓ ਠਾਕੁਰ ਦੁਆਰੇ। ਤੇ ਨਾ ਤੁਸੀਂ ਅੱਜ ਠਾਕਰਾਂ ਦੇ ਦੁਆਰੇ ਗਏ। ਹਾਂਜੀ, ਨਹਿ ਚਰਨ ਅੰਮ੍ਰਿਤ ਲੀਨ ਸਕਾਰੇ। ਨਾ ਤੁਸੀਂ ਚਰਨ ਅੰਮ੍ਰਿਤ ਹੀ ਛਕਿਆ। ਹਾਂਜੀ, ਸੁਨ ਸਭ ਤੇ ਭਾਈ ਕਲਿਆਣਾ। ਤੇ 2-4 ਜਣੇ ਹੋਰ ਇਕੱਠੇ ਹੋ ਗਏ ਜੀ। ਗੱਜ ਕੇ ਆਖੋ ਵਾਹਿਗੁਰੂ। ਇਹ ਮਹਾਰਾਜ ਬਿੱਧ ਬਣਾ ਰਹੇ ਆ। ਵਾਹਿਗੁਰੂ ਸ਼ਾਂਤ ਰੱਖਣਾ ਬੱਚੇ। ਮਹਾਰਾਜ ਬਿੱਧ ਬਣਾ ਰਹੇ ਆ। ਹਾਂਜੀ, ਮధుਰ ਬਾਕ ਤਿਨ ਸੰਗ ਬਖਾਨਾ। ਤੇ ਭਾਈ ਸਾਹਿਬ ਬੜੇ ਮਿੱਠੇ ਬੋਲਾਂ ਵਿੱਚ ਨਾ ਉਹਨਾਂ ਨੂੰ ਕਹਿਣ ਲੱਗੇ ਜੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਪੁਰਖ ਜਾਗਤੋ ਠਾਕੁਰ ਮੇਰੋ। ਕਹਿਣ ਲੱਗੇ ਪੁਰਖ ਜਾਗਤੋ ਠਾਕੁਰ ਮੇਰੋ। ਭਾਈ ਕਲਿਆਣਾ ਜੀ ਕਹਿਣ ਲੱਗੇ ਮੇਰਾ ਠਾਕੁਰ ਪੱਥਰ ਨਹੀਂ ਹੈਗਾ, ਮੇਰਾ ਠਾਕੁਰ ਜਾਗਦਾ ਜੀਂਦਾ ਜਾਗਦਾ ਹੈਗਾ। ਕਹਿਣ ਲੱਗੇ ਮਹਾਰਾਜ ਬਾਣੀ ਚ ਕਹਿੰਦੇ ਠਾਕੁਰ ਹਮਰਾ ਸਦ ਬੋਲੰਤਾ। ਹਾਂਜੀ, ਮੇਰਾ ਠਾਕੁਰ ਸਦਾ ਬੋਲਣ ਵਾਲਾ ਹੈਗਾ ਜੀ।
ਭਾਈ ਸਾਹਿਬ ਕਹਿਣ ਲੱਗੇ ਮੇਰਾ ਜਾਗਦਾ ਪੁਰਖ ਹੈਗਾ, ਜਾਗਦਾ ਪੁਰਖ ਮੇਰਾ ਠਾਕੁਰ ਹੈਗਾ, ਕਹਿਣ ਲੱਗੇ। ਹਾਂਜੀ, ਜੋ ਬੋਲੇ ਸੁਖ ਦੇਤ ਕਨੇਰੋ। ਉਹ ਨਿਤ ਜਾਗਦਾ, ਹਾਂਜੀ, ਤੇ ਨਿਤ ਜਾਗਦਾ ਤੇ ਚੇਤਾ ਰੱਖੋ। ਕਹਿਣ ਲੱਗੇ ਮੇਰਾ ਠਾਕੁਰ ਜਿਹੜਾ ਹੈ ਨਾ, ਉਹ ਮੇਰੇ ਨਾਲ ਗੱਲਾਂ ਕਰਦਾ, ਮੈਨੂੰ ਉਪਦੇਸ਼ ਦਿੰਦਾ ਤੇ ਸੁੱਖ ਵੀ ਦਿੰਦਾ ਹੈ। ਗੱਜ ਕੇ ਆਖੋ ਵਾਹਿਗੁਰੂ। ਬੜਾ ਫਰਕ ਹੈਗਾ ਜੀ, ਬੜਾ ਫਰਕ ਹੈ। ਹਾਂਜੀ, ਪਾਹਨ ਜੜ ਕੀ ਸੇਵਾ ਬਾਦ। ਹਾਂਜੀ, ਖਾਏ ਨਾ ਬੋਲਹਿ ਨਹਿ ਅਹਲਾਦ। ਕਹਿਣ ਲੱਗੇ ਆ ਪੱਥਰ ਦੀ ਜਿਹੜੀ ਤੁਸੀਂ ਸੇਵਾ ਕਰਦੇ ਹੋ ਨਾ, ਇਹ ਤੇ ਵਿਅਰਥ ਹੈਗੀ ਹੈ। ਕਿਉਂ? ਨਾ ਇਹ ਪੱਥਰ ਕੁਝ ਖਾ ਸਕਦਾ ਤੇ ਨਾ ਬੋਲ ਸਕਦਾ। ਕਹਿਣ ਲੱਗੇ ਭਾਈ ਕਲਿਆਣੇ ਦੇ ਠਾਕੁਰ ਕੌਣ ਨੇ? ਹਾਂਜੀ, ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਹਾਂਜੀ, ਤੁਮ ਕਬ ਕਬ ਬ੍ਰਤ ਧਾਰਨ ਕਰੋ। ਭਾਈ ਕਲਿਆਣਾ ਜੀ ਕਹਿੰਦੇ ਪਿਆਰਿਓ, ਤੁਸੀਂ ਤੇ ਕਦੀ ਕਦੀ ਵਰਤ ਰੱਖਦੇ ਹੋ ਨਾ। ਹਾਂਜੀ, ਮਹਾ ਬੇਕਾਰਨ ਕੋ ਪਰ ਹਰੋ। ਤੇ ਕਹਿਣ ਲੱਗੇ ਕਦੀ ਕਦੀ ਵਰਤ ਰੱਖਦੇ ਹੋ ਤੇ ਵਿਕਾਰ ਦੂਰ ਕਰਦੇ, ਵੀ ਅੱਜ ਵਰਤ ਰੱਖਿਆ, ਅੱਜ ਮਾੜਾ ਨਹੀਂ ਵੇਖਣਾ, ਅੱਜ ਮਾੜਾ ਨਹੀਂ ਖਾਣਾ। ਹਾਂਜੀ, ਅੱਜ ਮਾੜਾ ਨਹੀਂ ਸੋਚਣਾ। ਜਿੱਦਣ ਵਰਤ ਰੱਖਦੇ ਉਦਣ ਬੜਾ ਪਰਹੇਜ਼ ਕਰਦੇ ਜੀ। ਨਾ ਕਾਕਾ ਵੇਖੋ ਤੇਰੇ ਅੱਗੇ ਹੱਥ ਜੋੜੇ। ਹਾਂਜੀ, ਹਮਰੇ ਗੁਰ ਕੇ ਸਿੱਖ ਹੈ ਜੇਈ। ਕਹਿਣ ਲੱਗੇ ਅਸੀਂ ਗੁਰੂ ਦੇ ਸਿੱਖ ਹੁੰਨੇ ਆ। ਗੱਜ ਕੇ ਆਖੋ ਵਾਹਿਗੁਰੂ। ਤੁਸੀਂ ਰੱਖਦੇ ਇੱਕ ਦਿਨ ਵਰਤ, ਇੱਕ ਦਿਨ ਵਰਤ ਰੱਖ ਕੇ ਕੁਛ ਮਾੜਾ ਨਹੀਂ ਖਾਂਦੇ, ਮਾੜਾ ਬੋਲਦੇ ਨਹੀਂ, ਮਾੜਾ ਵੇਖਦੇ ਨਹੀਂ, ਤੇ ਅਸੀਂ ਆ ਗੁਰੂ ਦੇ ਸਿੱਖ। ਹਾਂਜੀ, ਅਲਪ ਆਹਾਰ ਬਰਤ ਨਿਤ ਸੇਈ। ਤੁਸੀਂ ਇੱਕ ਦਿਨ ਸੰਜਮ ਨਾ ਛਕਦੇ ਹੋ, ਅਸੀਂ ਰੋਜ਼ ਹੀ ਸੰਜਮ ਨਾ ਛਕਦੇ ਆ। ਸੰਗਤ ਜੀ, ਸਿੱਖ ਦਾ ਰੋਜ਼ ਹੀ ਵਰਤ ਹੈਗਾ ਜੀ। ਹਾਂਜੀ, ਕਾਮ ਕ੍ਰੋਧ ਕੋ ਸੰਜਮ ਸਦਾ। ਕਹਿਣ ਲੱਗੇ ਤੁਸੀਂ ਸੰਜਮ ਰੱਖਦੇ ਹੋ, ਵੀ ਅੱਜ ਵਰਤ ਰੱਖਿਆ, ਅੱਜ ਮਾੜਾ ਨਹੀਂ ਵੇਖਣਾ। ਕਹਿਣ ਲੱਗੇ ਅਸੀਂ ਸਦਾ ਹੀ ਕਾਮ ਕ੍ਰੋਧ ਦਾ ਸੰਜਮ ਰੱਖਦੇ ਹਾਂ। ਹਾਂਜੀ, ਪ੍ਰਭ ਸਿਮਰਨ ਮੈਂ ਲਾਗਿਓ ਰਿਦਾ। ਤੇ ਸਾਡੇ ਗੁਰੂ ਦਾ ਹੁਕਮ ਹੈਗਾ ਅਠੇ ਪੈਰ ਵਾਹਿਗੁਰੂ ਜੀ ਦਾ ਸਿਮਰਨ ਕਰਨਾ। ਅਸੀਂ ਇੱਕ ਦਿਨ ਥੋੜੀ ਉਹ ਕਰਦੇ ਆ, ਅਸੀਂ ਤਾਂ ਰੋਜ਼ ਹੀ ਕਰਦੇ ਆ। ਸਾਡਾ ਨਿਤ ਦਾ ਹੀ ਕਰਮ ਹੈਗਾ। ਕਹਿਣ ਲੱਗੇ ਹਾਂਜੀ, ਇਤਿਆਦਿਕ ਸੁਣ ਕੇ ਨਰ ਸਾਰੇ। ਇਸ ਤਰੀਕੇ ਨਾਲ ਉਹ ਲਾਲ ਦੇ ਬੰਦਿਆਂ ਨੇ ਸੁਣਿਆ ਵੀ ਇਹ ਤੇ ਸਾਡੇ ਧਰਮ ਨੂੰ ਕੱਖ ਨਹੀਂ ਸਮਝਦਾ, ਇਹ ਤੇ ਆਪਣੇ ਧਰਮ ਦੀ ਵਡਿਆਈ ਕਰਦਾ। ਹਾਂਜੀ, ਹਸਹਿ ਪਰਸ ਪਰ ਤਰਕ ਉਚਾਰੇ। ਉਹ ਫਿਰ ਹੱਸ ਪਏ ਜੀ। ਗੱਜ ਕੇ ਆਖੋ ਵਾਹਿਗੁਰੂ। ਚੇਤਾ ਰੱਖਿਓ, ਜਿਹੜਾ ਜਿਸ ਮੱਤ ਵਿੱਚ ਹੈਗਾ ਉਹਦੀ ਸ਼ਰਧਾ ਤੋੜਨੀ ਔਖੀ ਹੈਗੀ ਹੈ ਜੀ। ਉਹ ਕਹਿਣ ਲੱਗੇ ਵੇਖੋ ਇਹ ਕਿਹੋ ਜਿਹੀਆਂ ਗੱਲਾਂ ਕਰਦਾ ਹੈ। ਹਾਂਜੀ, ਇਹ ਮੂਰਖ ਕਛ ਜਾਣੈ ਨਾਹੀ। ਉਹ ਬੰਦੇ ਨਾ ਜੀ ਭਾਈ ਕਲਿਆਣਾ ਜੀ ਨੂੰ ਮੂਰਖ ਕਹਿਣ ਲੱਗ ਪਏ ਜੀ। ਭਾਈ ਕਲਿਆਣਾ ਜੀ ਨੂੰ। ਹਾਂਜੀ, ਸਾਲ ਗਰਾਮ ਨਿੰਦਕੋ ਪ੍ਰਾਹੀ। ਕਹਿਣ ਲੱਗੇ ਮੂਰਖ ਹੈਗਾ, ਸਾਲ ਗ੍ਰਾਮ ਦੀ ਨਿੰਦਿਆ ਕਰਨ ਦਿਆ। ਹਾਂਜੀ, ਪਾਹਨ ਕੇਰ ਸਮਾਨ ਬਖਨ ਹੈ। ਕਹਿਣ ਲੱਗਾ ਇਹ, ਉਹ ਕਹਿਣ ਲੱਗੇ ਆਪਸ ਵਿੱਚ ਵੀ ਇਹ ਸਾਡੇ ਸਾਲਗ੍ਰਾਮ ਨੂੰ ਪੱਥਰ ਕਹਿੰਦਾ। ਗੱਜ ਕੇ ਆਖੋ ਵਾਹਿਗੁਰੂ। ਸ਼ਰਧਾ ਹੀ ਨਾ ਜੀ ਉਹਨਾਂ ਦੀ। ਹਾਂਜੀ, ਨਹਿ ਮਹਿਮਾ ਕੋ ਮਨ ਮਹਿਮਾਨ ਹੈ। ਇਹ ਤੇ ਮਹਿਮਾ ਜਾਣਦਾ ਹੀ ਨਹੀਂ ਫਿਰ ਸਾਲਗ੍ਰਾਮ ਦੀ। ਹਾਂਜੀ, ਬਿਦਤ ਬਾਤ ਪੁਰ ਮੈਂ ਭਈ ਸਾਰੇ। ਉਹ ਕਰਦਿਆਂ ਕਰਦਿਆਂ ਸਾਰੇ ਨਗਰ 'ਚ ਹੀ ਰੌਲਾ ਪੈ ਗਿਆ। ਆਪਣੇ ਆਪ ਨੂੰ ਇੱਕ ਗੁਰੂ ਦਾ ਸਿੱਖ ਕਹਾਉਣ ਵਾਲਾ ਬੰਦਾ ਆਇਆ ਹੈ। ਨਾ ਉਹ ਵਰਤ ਰੱਖਦਾ, ਨਾ ਉਹ ਚਰਨਾਮ੍ਰਿਤ ਲੈਂਦਾ ਹੈ, ਉਹ ਤੇ ਬੜਾ ਵੱਖਰਾ ਤੁਰਦਾ। ਕਰਦਿਆਂ ਕਰਦਿਆਂ ਸਾਰੇ ਨਗਰ 'ਚ ਹੀ ਰੌਲਾ ਪੈ ਗਿਆ ਜੀ। ਇਹ ਵੀ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੀ ਖੇਡ ਹੀ ਸੀਗੀ ਜੀ। ਹਾਂਜੀ, ਮਹਿ ਪਾਲਕ ਢਿਗ ਜਾਏ ਉਚਾਰੇ। ਕਰਦਿਆਂ 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 ਗੱਲ ਰਾਜੇ ਤੱਕ ਪਹੁੰਚ ਗਈ ਜੀ।
ਤੇ ਭਾਈ ਸਾਹਿਬ ਤੇ ਇਹੋ ਹੀ ਚਾਹੁੰਦੇ ਸੀ ਵੀ ਰਾਜੇ ਨੂੰ ਮਿਲੀਏ ਔਰ ਇਹਨਾਂ ਗੱਲ ਕਰੀਏ। ਹਾਂਜੀ, ਏਕ ਬਦੇਸੀ ਨਰਪੁਰ ਆਇਓ। ਤੇ ਉਹ ਨਾ ਜੀ ਗੱਲਾਂ ਕਰਦੇ ਕਰਦੇ ਰਾਜੇ ਨੂੰ ਕਹਿੰਦੇ, ਰਾਜਾ ਜੀ ਇੱਕ ਵਿਦੇਸ਼ ਤੋਂ ਬੰਦਾ ਆਇਆ ਹੈ। ਹਾਂਜੀ, ਹਿੰਦੂ ਜਨਮ ਉਰ ਧਰਮ ਨਾ ਭਾਇਓ। ਪਤਾ ਨਹੀਂ ਉਹ ਹਿੰਦੂ ਹੈ ਕਿ ਕੀ ਹੈਗਾ, ਪਰ ਉਹਨੇ ਸਾਡਾ ਧਰਮ ਨਹੀਂ ਧਾਰਨ ਕੀਤਾ। ਹਾਂਜੀ, ਸਾਲ ਗ੍ਰਾਮ ਹੈ ਤਰਕ ਕਰੰਤਾ। ਉਹ ਤੇ ਜੀ ਸਾਡੇ ਸਾਲਗ੍ਰਾਮ ਵਿੱਚ ਤਰਕਾਂ ਕਰਦਾ ਹੈ। ਸਾਲਗ੍ਰਾਮ ਨੂੰ ਕਹਿੰਦਾ ਪੱਥਰ ਹੈ। ਹਾਂਜੀ, ਕਹਿ ਪਾਥਰ ਬਰਤ ਨਹੀਂ ਧਰੰਤਾ। ਫਿਰ ਵਰਤ ਵੀ ਨਹੀਂ ਰੱਖਦਾ। ਤੇ ਰਾਜਾ ਪੁੱਛਦਾ ਹੈ, ਜੇ ਉਹ ਵਰਤ ਨਹੀਂ ਰੱਖਦਾ, ਸਾਲਗ੍ਰਾਮ ਨੂੰ ਪੱਥਰ ਕਹਿੰਦਾ ਹੈ, ਤੇ ਕਰਦਾ ਕੀ ਹੈ? ਤੇ ਦੱਸਣ ਵਾਲੇ ਦੱਸਦੇ ਹੈ। ਹਾਂਜੀ, ਗੁਰ ਗੁਰ ਜਪਹਿ ਨਾ ਮਾਨਹਿ ਆਨ। ਗੱਜ ਕੇ ਆਖੋ ਵਾਹਿਗੁਰੂ। ਕਹਿਣ ਲੱਗੇ ਜੀ ਉਹ ਤੇ ਬਸ ਆਪਣੇ ਗੁਰੂ ਦਾ ਹੀ ਨਾਮ ਜਪੀ ਜਾਂਦਾ, ਵਾਹਿਗੁਰੂ 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 ਵਾਹਿਗੁਰੂ, ਇਹੋ ਹੀ ਜਪੀ ਜਾਂਦਾ, ਕਿਸੇ ਹੋਰ ਦੀ ਨਹੀਂ ਗੱਲ ਮੰਨਦਾ। ਕਹਿੰਦੇ ਹਾਂਜੀ, ਤੁਮਰੀ ਆਗਿਆ ਧਰੀ ਨਾ ਕਾਨ। ਤੇ ਤੁਹਾਡੀ ਆਗਿਆ ਵੀ ਨਹੀਂ ਮੰਨੀ। ਪੂਛਾਂ ਚੁੱਕਣ ਵਾਲੇ ਹੁੰਦੇ ਨਾ ਜੀ ਕਈ, ਕਹਿੰਦੇ ਤੁਹਾਡੀ ਆਗਿਆ ਵੀ ਨਹੀਂ ਮੰਨੀ। ਹਾਂਜੀ, ਨਿਰਭੈ ਬੋਲਤ ਸਭ ਕੇ ਸਾਥ। ਉਹ ਤੇ ਨਿਡਰ ਹੋ ਕੇ ਗੱਲਾਂ ਕਰਦਾ ਜਿਵੇਂ ਉਹਨੂੰ ਕਿਸੇ ਦਾ ਡਰ ਹੀ ਨਹੀਂ ਹੁੰਦਾ। ਹਾਂਜੀ, ਮਨਹੁ ਮੁਕਤ ਪਾਈ ਇਨ ਹਾਥ। ਕਹਿਣ ਲੱਗੇ ਜੀ ਗੱਲਾਂ ਤੇ ਇੰਜ ਕਰਦਾ ਹੈ ਜਿਵੇਂ ਮੁਕਤੀ ਉਹਦੇ ਆਪਣੇ ਹੱਥ ਵਿੱਚ ਹੋਵੇ ਜੀ, ਉਹਨੂੰ ਡਰ ਨਹੀਂ ਹੈਗਾ। ਸੰਗਤ ਜੀ, ਜਿਹਦਾ ਗੁਰੂ ਇੰਨਾ ਵੱਡਾ ਹੈਗਾ, ਉਹਨੂੰ ਮੁਕਤੀ ਉਹ ਤੇ ਸਮਝੋ ਉਹਦੇ ਹੱਥ 'ਚ ਹੀ ਹੈਗੀ ਹੈ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ, ਜਿੱਦਾਂ ਗੁਰੂ ਕਹਿ ਦੇ ਵੀ ਕੋਈ ਗੱਲ ਨਹੀਂ, ਉਹਨੂੰ ਚਿੰਤਾ ਦੀ ਲੋੜ ਹੈਗੀ ਜੀ। ਹਾਂਜੀ, ਇਤੇ ਆਦਿਕ ਨਰਿਪ ਸੁਨ ਕੈ ਕਰੋਧਾ। ਉਹ ਰਾਜੇ ਨੂੰ ਬੜਾ ਗੁੱਸਾ ਚੜਿਆ। ਅੱਛਾ, ਹਾਂਜੀ, ਕਹਿਓ ਬੁਲਾਵੋ ਕਿਆ ਤਿਸ ਬੋਧਾ। ਕਹਿੰਦਾ ਬੁਲਾਵੋ ਉਹਨੂੰ। ਇਹੋ ਭਾਈ ਸਾਹਿਬ ਚਾਹੁੰਦੇ ਸੀਗੇ ਜੀ। ਹਾਂਜੀ, ਕਿਮ ਦੁਰ ਮਤ ਕੋ ਧਰ ਕਰ ਕਹੈ। ਬਿਨ ਠਾਕੁਰ ਤਹ ਕੋ ਗੁਰ ਅਹੈ। ਵੇਖੀਏ ਇਹਦਾ ਗੁਰੂ ਕਿਹੜਾ ਹੈਗਾ। ਕਹਿਣ ਲੱਗੇ ਇਹਦਾ ਗੁਰੂ ਕਿਹੜਾ ਹੈਗਾ। ਸੰਗਤ ਜੀ, ਚੇਤਾ ਰੱਖਿਓ, ਸਾਡਾ ਬਹਿਣਾ ਖਲੋਣਾ ਬੋਲਣਾ ਖਾਣਾ ਪੀਣਾ ਸਾਰਾ ਕੁਝ ਇੰਨਾ ਪਵਿੱਤਰ ਹੋਣਾ ਚਾਹੀਦਾ ਹੈ, ਵੇਖ ਕੇ ਬੰਦਾ ਆਪ ਕਹੇ ਵੀ ਇਹਦਾ ਗੁਰੂ ਕਿਹੜਾ ਹੈਗਾ ਜੀ। ਹਾਂਜੀ, ਉਹ ਕਹਿਣ ਲੱਗਾ ਵੇਖਦੇ ਇਹਦਾ ਗੁਰੂ ਕਿਹੜਾ ਹੈ। ਹਾਂਜੀ, ਇੱਕ ਨਰ ਆਏ ਹਕਾਰਿਓ ਤਾਹੀ। ਉਹ ਇੱਕ ਬੰਦਾ ਆਇਆ ਜੀ ਭਾਈ ਸਾਹਿਬ ਕੋ। ਭਾਈ ਕਲਿਆਣਾ ਜੀ ਬੈਠੇ ਸਨ, ਵਾਹਿਗੁਰੂ ਵਾਹਿਗੁਰੂ ਜਪਦੇ। ਕਹਿਣ ਲੱਗਾ ਜੀ, ਹਾਂਜੀ, ਲੈ ਕਰ ਸੰਗ ਗਇਓ ਨਰਿਪ ਪਾਹੀ। ਕਹਿਣ ਲੱਗਾ ਜੀ ਤੁਹਾਨੂੰ ਰਾਜਾ ਦੀ ਸੱਦਦੇ ਆ। ਭਾਈ ਸਾਹਿਬ ਨੂੰ ਚਾਅ ਚੜ ਗਏ ਜੀ ਵੀ ਇਹੋ ਤੇ ਮੈਂ ਚਾਹੁੰਦਾ ਸਾਂ। ਉਹ ਰਾਜੇ ਦੇ ਕੋਲ ਲੈ ਗਿਆ ਜੀ। ਹਾਂਜੀ, ਕਰ ਬੰਧਨ ਬੈਠਿਓ ਢਿਗ ਜਾਏ। ਰਾਜੇ ਨੂੰ ਮੱਥਾ ਟੇਕਿਆ ਤੇ ਮੱਥਾ ਟੇਕ ਕੇ ਬੈਠ ਗਏ। ਹਾਂਜੀ, ਜਿਸ ਥਲ ਸਭਾ ਲੋਕ ਸਮੁਦਾਏ। ਬਹੁਤ ਲੋਕ ਆ ਕੇ ਇਕੱਠੇ ਹੋਏ ਵੀ ਅੱਜ ਉਸ ਬੰਦੇ ਦਾ ਨਿਆਂ ਹੋਣਾ ਜੀ। ਹਾਂਜੀ, ਭਿਖ ਮਹਿ ਪਾਲਕ ਰਿਸ ਕਰ ਕਹੈ। ਤੇ ਰਾਜੇ ਨੂੰ ਗੁੱਸਾ ਚੜਿਆ ਹੋਇਆ ਜੀ। ਤੇ ਰਾਜਾ ਵੇਖ ਕੇ ਨਾ ਇਸ ਤਰ੍ਹਾਂ ਅੱਗੋਂ ਕਹਿੰਦਾ ਜੀ। ਹਾਂਜੀ, ਭੋ ਨਰ ਕੌਣ ਦੇਸ ਤੂੰ ਰਹਿ। ਕਹਿੰਦਾ ਭਾਈ ਤੂੰ ਕਿਹੜੇ ਦੇਸ਼ ਵਿੱਚ ਰਹਿਣਾ ਹੈ। ਹਾਂਜੀ, ਕਿਸ ਗੁਰ ਨੇ ਤੋ ਕਹੋ ਉਪਦੇਸਾ। ਤੈਨੂੰ ਕਿਹੜੇ ਗੁਰੂ ਨੇ ਉਪਦੇਸ਼ ਦਿੱਤਾ ਹੈ। ਹਾਂਜੀ, ਕੌਣ ਧਰਮ ਕੋ ਧਾਰਿਓ ਬੇਸਾ। ਤੇਰਾ ਧਰਮ ਕਿਹੜਾ ਹੈ, ਤੇਰਾ ਲਿਬਾਸ ਕਿਹੜਾ ਹੈ। ਹਾਂਜੀ, ਸੁਣ ਕੇ ਤਬ ਕਲਿਆਣਾ ਪਾਈ। ਤੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਭਾਈ ਕਲਿਆਣਾ ਜੀ ਅੱਗੋਂ ਸੁਣ ਕੇ ਇਸ ਤਰ੍ਹਾਂ ਕਹਿੰਦੇ ਜੀ। ਹਾਂਜੀ, ਕਹੀ ਗਾਥ ਨ੍ਰਿਪ ਕੇ ਅਗਵਾਈ। ਸ਼੍ਰੀ ਨਾਨਕ ਜਗ ਬਿਦਤ ਬਿਸਾਲਾ। ਕਹਿਣ ਲੱਗੇ ਜੀ ਮੇਰੇ ਗੁਰੂ ਦਾ ਨਾਮ ਸੁਣੋ। ਭਾਈ ਕਲਿਆਣਾ ਜੀ ਨੇ ਗੱਲ ਕਰਨ ਤੋਂ ਪਹਿਲਾਂ ਹੱਥ ਜੋੜ ਲਏ ਜੀ। ਹਾਂਜੀ, ਤੁਸੀਂ ਵੀ ਜੋੜੋ ਇੱਕ ਵਾਰੀ, ਆਖੋ ਵਾਹਿਗੁਰੂ ਵਾਹਿਗੁਰੂ। ਜਦੋਂ ਆਪਣੇ ਗੁਰੂ ਜੀ ਦਾ ਨਾਮ ਲੈਣਾ ਹੱਥ ਜੋੜ ਲੈਣੇ ਜੀ।
ਕੋਸ਼ਿਸ਼ ਕਰਨੀ ਜਿੰਨਾ ਧਿਆਨ 'ਚ ਰਹਿ ਜਾਏ। ਭਾਈ ਸਾਹਿਬ ਕਹਿਣ ਲੱਗੇ ਜੀ ਇਸ ਜਗਤ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਸਾਰੇ ਜਾਣਦੇ ਹੈਗੇ ਆ। ਕੌਣ ਹੈ ਜਿਹੜਾ ਗੁਰੂ ਨਾਨਕ ਸਾਹਿਬ ਜੀ ਨੂੰ ਨਹੀਂ ਜਾਣਦਾ? ਹਾਂਜੀ। ਤਿੰਨ ਗਾਦੀ ਉਪਰ ਇਸ ਕਾਲਾ, ਇਸ ਸਮੇਂ ਉਹਨਾਂ ਦੀ ਗੱਦੀ ਦੇ ਉੱਤੇ, ਹਾਂਜੀ, ਸ਼੍ਰੀ ਗੁਰ ਅਰਜਨ ਪੂਰਨ ਅਹੈ, ਜਿਹੜੇ ਗੁਰੂ ਜੀ ਬੈਠੇ ਨੇ ਨਾ, ਉਹਨਾਂ ਦਾ ਨਾਮ ਹੈ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਤੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਪੂਰੇ ਨੇ, ਪੂਰੇ। ਹਾਂਜੀ, ਪਿਆਰ ਨਾਲ ਕਹੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਹਾਂਜੀ। ਤਿੰਨ ਕੇ ਸਿੱਖ ਹਮ ਬਾਂਛਤ ਲਹੈ, ਤਿੰਨ ਕੇ ਸਿੱਖ ਹਮ ਬਾਂਛਤ ਲਹੈ। ਕਹਿਣ ਲੱਗੇ ਜੀ ਮੈਂ ਉਹਨਾਂ ਦਾ ਸਿੱਖ ਹੈਗਾ। ਮੇਰੇ ਗੁਰੂ ਜੀ ਦਾ ਨਾਮ ਹੈ ਪੂਰਨ ਗੁਰੂ, ਗੁਰੂਆਂ ਦੇ ਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ। ਤੇ ਮੇਰੇ ਗੁਰੂ ਜੀ ਇੰਨੇ ਵੱਡੇ ਨੇ, ਜੋ ਮੈਂ ਮੰਗਾ ਮੈਨੂੰ ਦੇ ਦਿੰਦੇ ਨੇ। ਹਾਂਜੀ। ਦੋਹੇ ਲੋਕਨ ਸੁਖ ਦੇ ਉਪਦੇਸ਼, ਉਹਨਾਂ ਦਾ ਉਪਦੇਸ਼ ਹੈ ਨਾ ਜਿਹੜਾ, ਜਦੋਂ ਮੇਰੇ ਗੁਰੂ ਜੀ ਬਚਨ ਕਰਦੇ ਆ, ਉਹਨਾਂ ਦਾ ਉਪਦੇਸ਼ ਸੁਣ ਕੇ ਦੋਵਾਂ ਲੋਕਾਂ 'ਚ ਸੁੱਖ ਮਿਲਦਾ ਬੰਦਿਆਂ ਨੂੰ। ਹਾਂਜੀ। ਤਿੰਨ ਕੀ ਬਾਣੀ ਪਠੇ ਹਮੇਸ਼, ਤੇ ਮੈਂ ਹਮੇਸ਼ਾ ਆਪਣੇ ਗੁਰੂ ਜੀ ਦੀ ਬਖਸ਼ੀ ਹੋਈ ਬਾਣੀ ਪੜ੍ਹਦਾ ਰਹਿਣਾ ਜੀ। ਭਾਈ ਕਲਿਆਣਾ ਜੀ ਜਪਜੀ ਸਾਹਿਬ ਦਾ ਪਾਠ ਕਰਦੇ ਸਨ, ਗੁਰਮੰਤਰ ਦਾ ਜਾਪ ਕਰਦੇ ਸਨ। ਹਾਂਜੀ। ਜਾਂ ਤੇ ਹਮ ਪਾਹਨ ਨਹਿ ਮਨ ਹੈ, ਰਾਜਾ ਜੀ ਇਸ ਕਰਕੇ ਅਸੀਂ ਪੱਥਰ ਨੂੰ ਨਹੀਂ ਮੰਨਦੇ। ਬੜੀ ਜੁਰਤ ਹੈ ਜੀ। ਰਾਜਾ ਮੰਨਦਾ ਜੀ ਉਹਨੂੰ, ਤੇ ਕਹਿਣਾ ਵੀ ਅਸੀਂ ਪੱਥਰ ਨੂੰ ਨਹੀਂ ਮੰਨਦੇ। ਜੁਰਤ ਗੁਰੂ ਦੇ ਸਿੱਖਾਂ ਵਿੱਚ ਹੀ ਹੁੰਦੀ ਹੈ ਜੀ। ਹਾਂਜੀ। ਦੇਖ ਹੈ ਸੁਨਹਿ ਨਾ ਖਾਏ ਬਖਾਨ ਹੈ। ਕਹਿਣ ਲੱਗੇ ਮੰਨੀਏ ਕਿਉਂ ਨਾ? ਉਹ ਪੱਥਰ ਵੇਖਦਾ ਕਿਸੇ ਨੂੰ, ਨਾ ਉਹ ਕੁਝ ਖਾ ਸਕਦਾ, ਨਾ ਉਹ ਕਿਸੇ ਦੀ ਗੱਲ ਸੁਣ ਸਕਦਾ। ਹਾਂਜੀ। ਕਿਆ ਪ੍ਰਸੰਨ ਹੋਏ ਤਿਸਨੇ ਦੇਨਾ, ਤੇ ਨਾ ਉਹ ਕੁਝ ਬੋਲ ਸਕਦਾ। ਤੇ ਦੱਸੋ ਉਸ ਪੱਥਰ ਨੇ ਖੁਸ਼ ਹੋ ਕੇ ਕੀ ਕਿਸੇ ਨੂੰ ਦੇ ਦੇਣਾ? ਹਾਂਜੀ। ਤਾਂ ਕਿ ਸੇਵ ਕਰੇ ਕਿਆ ਲੈਣਾ, ਅਸੀਂ ਉਹਦੀ ਸੇਵਾ ਕਰਕੇ ਲਵਾਂਗੇ ਕੀ? ਕਹਿਣ ਲੱਗੇ ਜਿਹੜਾ ਆਪ ਨਾ ਬੋਲਦਾ ਨਾ ਸੁਣਦਾ। ਹਾਂਜੀ। ਜੋ ਸਭ ਜੀਵਨ ਕੋ ਹੈ ਜੀਵ, ਕਹਿੰਦਾ ਹੁਣ ਸੁਣਿਓ ਮੇਰੇ ਗੁਰੂ ਨੇ ਕਿਹਨੂੰ ਆਖਿਆ ਮੰਨਣ ਵਾਸਤੇ? ਗੱਜ ਕੇ ਆਖੋ ਵਾਹਿਗੁਰੂ। ਮੇਰੇ ਗੁਰੂ ਨੇ ਉਹਨੂੰ ਆਖਿਆ ਮੰਨਣ ਵਾਸਤੇ ਜਿਹੜਾ ਸਾਰੇ ਜੀਵਾਂ ਦੇ ਵਿੱਚ ਵਸਿਆ ਹੋਇਆ। ਕਹਿਣ ਲੱਗੇ ਹਾਂਜੀ। ਜਿਸ ਅਲੰਬ ਚੇਤਨਤਾ ਥੀਵ, ਜਿਹਦੇ ਆਸਰੇ ਬੰਦਿਆਂ ਵਿੱਚ ਚੇਤਨਤਾ ਦੀ ਸ਼ਕਤੀ ਹੈਗੀ ਹੈ ਜੀ। ਤੁਰੇ ਫਿਰਦੇ ਜਿਹਦੇ ਆਸਰੇ ਦੀ, ਅਸੀਂ ਉਹਦੀ ਜੋਤ ਦੇ ਆਸਰੇ ਤੁਰੇ ਫਿਰਦੇ। ਉਹ ਜੋਤ ਖਿੱਚ ਲਈ, ਅਸੀਂ ਤੁਰ ਫਿਰ ਹੀ ਨਹੀਂ ਸਕਦੇ ਜੀ। ਹਾਂਜੀ। ਸਗਰੇ ਜਗ ਕੋ ਜੋ ਨਿਜ ਦਾਤਾ, ਉਹੋ ਹੀ ਸਾਰੇ ਜਗ ਦਾ ਹੀ ਦਾਤਾ ਹੈਗਾ, ਇਕੱਲੇ ਤੁਹਾਡੇ ਰਾਜ ਦਾ ਨਹੀਂ। ਜਿੰਨਾ ਜਗ ਹੈਗਾ ਉਹੋ ਹੀ ਦਾਤਾ ਹੈਗਾ ਸਾਰੇ ਜਗ ਦਾ। ਸੋ ਤੁਮਨੇ ਪਾਹਨ ਕਰ ਜਾਤਾ, ਪਰ ਤੁਸੀਂ ਤੇ ਪੱਥਰ ਨੂੰ ਸਮਝਿਆ ਸਾਰਾ ਕੁਝ। ਹਾਂਜੀ। ਜਿਮ ਅਵਨੀ ਸਭ ਕੋ ਸੁਲਤਾਨ, ਹਾਂਜੀ। ਤਿਸ ਕੋ ਮੂਡ ਕਰਹਿ ਸਨਮਾਨ। ਕਹਿਣ ਲੱਗੇ ਜਿਵੇਂ ਕੋਈ ਬਹੁਤ ਵੱਡਾ ਸੁਲਤਾਨ ਹੋਵੇ ਤੇ ਮੂਰਖ ਬੰਦਾ ਉਹਦਾ ਸਤਿਕਾਰ ਕਰੇ, ਤੇ ਕਿਵੇਂ ਕਰੇਗਾ? ਸੁਣਿਓ ਕਹਿੰਦੇ। ਘਾਸ ਡਸਾਏ ਬਸਾਵਨ ਕੀਆ, ਬੜਾ ਵੱਡਾ ਸੁਲਤਾਨ ਤੇ ਇੱਕ ਮੂਰਖ ਬੰਦਾ ਉਹਦਾ ਸਤਿਕਾਰ ਕਰਨ ਲੱਗ ਪਿਆ, ਤੇ ਘਾਹ ਵਿਛਾ ਲਿਆ ਉਹਨੇ ਜੀ। ਘਾਹ ਵਿਛਾ ਕੇ ਆਵੋ ਇਹਾਂ ਬੈਠੀਏ ਮੀਆਂ, ਕਹਿੰਦਾ ਮੀਆਂ ਜੀ ਇੱਥੇ ਆ ਕੇ ਬੈਠੋ। ਹੁਣ ਮੀਆਂ ਭਲਾ ਕਿਹਨੂੰ ਕਹਿੰਦੇ ਜੀ? ਮੀਆਂ ਇੱਕ ਛੋਟੇ ਜਿਹੇ ਬੰਦੇ ਨੂੰ ਮੀਆਂ ਕਹਿੰਦੇ ਜੀ। ਆਪਾਂ ਪੜ੍ਹਦੇ ਨਾ, ਤੂੰ ਸੁਲਤਾਨ ਕਹਾਂ ਹਾਂ ਮੀਆਂ। ਹੇ ਵਾਹਿਗੁਰੂ ਤੂੰ ਕਿੱਡਾ ਵੱਡਾ ਸੁਲਤਾਨ ਤੇ ਅਸੀਂ ਮੀਆਂ ਨਿੱਕੇ ਜਿਹੇ ਬੰਦੇ। ਏਡੇ ਵੱਡੇ ਸੁਲਤਾਨ ਨੂੰ ਇੱਕ ਮੂਰਖ ਬੰਦਾ ਘਾਹ ਵਿਛਾ ਕੇ ਕਹਿਣ ਲੱਗਾ ਮੀਆਂ ਜੀ ਇੱਥੇ ਬੈਠੋ। ਤੇ ਦੱਸੋ ਸੁਲਤਾਨ ਦੀ ਨਰਾਦਰੀ ਹੈਗੀ ਕਿ ਸਤਿਕਾਰ ਹੈਗਾ ਜੀ? ਉਹ ਤੇ ਨਰਾਦਰੀ ਹੈਗੀ ਨਾ ਜੀ ਉਹਦੀ। ਹਾਂਜੀ।
ਤਿਮ ਤੁਮਰੋ ਮਤ ਕਰੋ ਵਿਚਾਰਨ ਭਾਈ ਕਲਿਆਣਾ ਜੀ ਕਹਿੰਦੇ ਬਸ ਤੁਸੀਂ ਵੀ ਉੱਥੇ ਕੀ ਖਲੋਤੇ ਹੋਏ ਜੀ। ਹਾਂਜੀ, ਪ੍ਰਭ ਕੋ ਪਾਹਨ ਕਰੋ ਉਚਾਰਨ। ਰੱਬ ਨੂੰ ਤੁਸੀਂ ਪੱਥਰ ਕਹਿੰਦੇ ਹੋ ਵੀ ਰੱਬ ਪੱਥਰ ਹੈ, ਉਹ ਪੱਥਰ ਥੋੜੀ ਹੋਇਆ। ਰਹਿਓ ਜੋ ਰਾਮ ਜਲ ਥਲ ਮਹਿਰਾਮ। ਤੇ ਉਹ ਤੇ ਜਲਾਂ ਥਲਾਂ ਦੇ ਵਿੱਚ ਸਾਰੀਆਂ ਥਾਵਾਂ ਤੇ ਵਸਿਆ ਹੋਇਆ, ਉਹ ਤੇ ਤਿੰਨਾਂ ਲੋਕਾਂ ਦਾ ਸੁਆਮੀ ਹੈ। ਉਹਦਾ ਨਾਮ ਜਪਣ ਦੇ ਨਾਲ ਤੇ ਬੰਦੇ ਦਾ ਭਲਾ ਹੋ ਜਾਂਦਾ ਜੀ। ਇੱਕ ਵਾਰੀ ਪਿਆਰ ਨਾਲ ਕਹੋ ਸਾਰੇ ਵਾਹਿਗੁਰੂ। ਬਸ ਉਹਦਾ ਨਾਮ ਜਪਣ ਨਾਲ ਭਲਾ ਹੋ ਜਾਂਦਾ। ਹਾਂਜੀ, ਦੋਹਰਾ ਕਹੀ ਜਥਾਰਥ ਬਾਰਤਾ ਸੁਨ ਕੈ ਨ੍ਰਿਪ ਅਗਿਆਨ। ਹੁਣ ਰਾਜਾ ਵਿਚਾਰਾ ਅਗਿਆਨੀ ਸੀਗਾ ਜੀ, ਉਹਨੂੰ ਕੀ ਮਤਲਬ ਜੀ, ਜਿਹੜਾ ਜੰਮਦਾ ਹੀ ਪੱਥਰ ਨੂੰ ਮੰਨਣ ਦਿਆ ਜੀ। ਹਾਂਜੀ, ਰਿਸਿਓ ਕਹਿਣ ਲਾਗਿਓ ਤਬੈ ਉਚਿਤ ਸਜਾਏ ਮਹਾਨ। ਉਹ ਕਹਿਣ ਲੱਗਾ ਠਹਿਰ ਜਾ, ਤੈਨੂੰ ਸਜਾ ਦੇਨੇ। ਸਾਡੇ ਉਲਟ ਗੱਲਾਂ ਕਰਦਾ ਨਾ, ਤੈਨੂੰ ਸਜਾ ਦੇਨੇ। ਹਾਂਜੀ, ਚੌਪਈ ਕਰਹੁ ਕੈਦ ਇਸ ਤੇ ਮਨਵਾਵਹੁ। ਕਰੋ ਕੈਦ ਇਸ ਤੇ ਮਨਵਾਵਹੁ। ਕਹਿੰਦਾ ਇਹਨੂੰ ਕੈਦ ਕਰੋ ਤੇ ਮਨਵਾਓ ਇਹਦੇ ਕੋਲੋਂ ਵੀ ਠਾਕੁਰ ਹੀ ਅਸਲੀ ਹੈਗਾ, ਸਾਲਗ੍ਰਾਮ ਹੀ। ਹਾਂਜੀ, ਠਾਕੁਰ ਆਗੇ ਸੀਸ ਨਿਵਾਵਹੁ। ਤੇ ਸਾਲਗ੍ਰਾਮ ਦੇ ਅੱਗੇ ਇਹਨੂੰ ਮੱਥਾ ਟਿਕਵਾਓ ਇਹਦਾ। ਹਾਂਜੀ, ਨਾਹੇ ਤਾਂ ਹੋਵਹਿਗੀ ਜਬ ਭੋਰ। ਤੇ ਜੇ ਇਹ ਨਹੀਂ ਮੰਨਦਾ ਤੇ ਕੱਲ ਸਵੇਰੇ ਇਸੇ ਸਜਾਏ ਦੇ ਹੈ ਘੋਰ। ਇਹਨੂੰ ਸਵੇਰੇ ਸਜਾ ਦਿਆਂਗਾ ਮੈਂ, ਕਹਿਣ ਲੱਗੇ। ਹਾਂਜੀ, ਬੰਦੀ ਖਾਨੇ ਮਹਿ ਪਹੁੰਚਾਓ। ਬਸ ਬੰਦੀ ਖਾਨੇ ਮਹਿ ਪਹੁੰਚਾਇਓ। ਬੰਦੀ ਖਾਨੇ ਦੇ ਵਿੱਚ ਉਹਨੂੰ ਪਹੁੰਚਾ ਦਿੱਤਾ ਜੀ ਭਾਈ ਕਲਿਆਣਾ ਜੀ ਨੂੰ। ਹਾਂਜੀ, ਤਹਿ ਗੁਰ ਸਿਮਰਤ ਸਮਾ ਬਿਤਾਇਓ। ਭਾਈ ਕਲਿਆਣਾ ਜੀ ਨੂੰ ਜੇਲੇ ਪਾ ਦਿੱਤਾ ਤੇ ਭਾਈ ਕਲਿਆਣਾ ਜੀ ਉੱਥੇ ਬੈਠੇ ਕੀ ਜਪਦੇ ਆ? ਵਾਹਿਗੁਰੂ 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 ਵਾਹਿਗੁਰੂ। ਜੇਲ੍ਹ 'ਚ ਬੈਠੇ ਜਪਦੇ ਆ ਜੀ। ਹਾਂਜੀ, ਭਾਈ ਭੋਰ ਰਾਜਾ ਉੱਠ ਚੱਲਾ। ਉਹ ਦਿਨ ਹੋਇਆ, ਦਿਨ ਚੜ ਗਿਆ ਜੀ, ਰਾਜਾ ਉੱਠ ਕੇ ਤੁਰ ਪਿਆ ਜੀ। ਹਾਂਜੀ, ਦੇਹ ਠਾਕੁਰ ਕੋ ਮੰਦਰ ਭਲਾ। ਤੇ ਦਿਨ ਜਦੋਂ ਚੜਿਆ ਤੇ ਰਾਜਾ ਮੰਦਰ ਨੂੰ ਤੁਰ ਪਿਆ। ਵਾਹਿਗੁਰੂ ਰੋਜ਼ ਜਾਂਦਾ ਸੀਗਾ ਠਾਕਰਾਂ ਦੇ ਮੰਦਰ। ਹਾਂਜੀ, ਕਰ ਪੂਜਾ ਚੰਦਨ ਚਰਚਾਇਓ। ਪੂਜਾ ਕੀਤੀ, ਚੰਦਨ ਉਹਨੇ ਉੱਤੇ ਛਿੜਕਾ ਕੀਤਾ ਠਾਕਰ ਜੀ ਤੇ। ਹਾਂਜੀ, ਚਰਨ ਅੰਮ੍ਰਿਤ ਲੈ ਸੀਸ ਨਿਵਾਇਓ। ਚਰਨਾ ਅੰਮ੍ਰਿਤ ਲਿਆ, ਸਿਰ ਨਵਾਇਆ ਸਾਲਗ੍ਰਾਮ ਅੱਗੇ, ਜਿਹਨੂੰ ਠਾਕਰ ਜੀ ਮੰਨਦੇ ਆ। ਕਹਿਓ ਵਿਦੇਸੀ ਕੋ ਲੈ ਆਵੋ। ਕਹਿੰਦਾ ਹੁਣ ਉਸ ਵਿਦੇਸ਼ੀ ਨੂੰ ਲੈ ਕੇ ਆਓ ਸਾਡੇ ਕੋਲ। ਹਾਂਜੀ, ਮਾਮਹ ਦੂਰ ਕਰ ਤਿਸਹਿ ਡਰਾਵੋ। ਉਹਨੂੰ ਇੱਕ ਵਾਰੀ ਡਰਾਈਏ, ਉਹ ਗੱਲ ਮੰਨ ਜੇ ਸਾਡੀ। ਹਾਂਜੀ, ਸੁਨ ਚਾਕਰ ਲੇਕਰ ਤਿਹ ਆਏ। ਬੋਲਿਓ ਨ੍ਰਿਪਤੈ ਹਿੰਦ ਕਹਾਏ। ਤੇ ਸਾਧ ਸੰਗਤ ਜੀ ਭਾਈ ਕਲਿਆਣਾ ਜੀ ਨੂੰ ਲੈ ਆਏ ਜੀ। ਬਹੁਤ ਲੋਕ ਇਕੱਠੇ ਹੋ ਗਏ ਜੀ ਉੱਥੇ। ਕਿੰਨੇ ਲੋਕ ਇਕੱਠੇ ਹੋ ਗਏ। ਭਾਈ ਕਲਿਆਣਾ ਜੀ ਨੂੰ ਜਦੋਂ ਲੈ ਕੇ ਆਏ ਨਾ ਜੀ, ਤੇ ਰਾਜਾ ਭਾਈ ਕਲਿਆਣਾ ਜੀ ਨੂੰ ਕਹਿਣ ਲੱਗਾ ਜੀ, ਹੁਣ ਵੇਖ ਲਓ ਇਹ ਸਾਰੀ ਗੱਲ ਪਿੱਛੇ ਮਕਸਦ ਕੀ ਹੈਗਾ ਭਲਾ? ਮਕਸਦ ਹਰਿਮੰਦਰ ਸਾਹਿਬ ਦੀ ਸੇਵਾ ਹੈਗੀ ਹੈ ਜੀ। ਮਕਸਦ ਬੜਾ ਪਵਿੱਤਰ ਹੈਗਾ ਸਾਧ ਸੰਗਤ ਜੀ। ਹਾਂਜੀ, ਠਾਕੁਰ ਕੋ ਪਾਹਨ ਕਹਿ ਜੈਸੇ। ਹਾਂਜੀ, ਅਬ ਹੈ ਸਜਾਏ ਲੀਜਿਏ ਤੈਸੇ। ਕਹਿਣ ਲੱਗਾ ਠਹਿਰ ਜਾ ਜਰਾ, ਤੂੰ ਠਾਕਰ ਨੂੰ ਪੱਥਰ ਕਹਿਣਾ ਨਾ, ਹੁਣੇ ਤੈਨੂੰ ਸਜਾ ਦਿੰਨੇ। ਹਾਂਜੀ, ਨਾਹੇ ਤਾਂ ਕਹੋ ਮੈਂ ਭੂਲਿਓ ਭਾਰੀ। ਜੇ ਸਜਾ ਤੋਂ ਬਚਣਾ ਤਾਂ ਕਹਿ ਮੈਂ ਜੋ ਕਿਹਾ ਕੱਲ ਗਲਤ ਕਿਹਾ, ਮੈਂ ਭੁੱਲ ਗਿਆ ਸਾਂ। ਅਬ ਹੋ ਜਾ ਸਭ ਕੈ ਅਨੁਸਾਰੀ। ਹਾਂਜੀ, ਸੁਨ ਕਰ ਸਿੱਖ ਬੋਲਿਓ ਕਲਿਆਣਾ। ਤੇ ਭਾਈ ਕਲਿਆਣਾ ਜੀ ਲੋਕਾਂ ਦੇ ਵਿੱਚ ਖਲੋਤੇ ਡਟ ਕੇ ਬੋਲੇ ਜੀ। ਹਾਂਜੀ, ਸ਼੍ਰੀ ਗੁਰ ਅਰਜਨ ਮੋਰ ਮਹਾਨਾ। ਨਾ ਕਹਿੰਦੇ ਨਾ ਨਾ ਨਾ, ਮੇਰੇ ਗੁਰੂ ਜੀ ਸਾਲਗ੍ਰਾਮ ਨਹੀਂ ਹਨ, ਮੇਰੇ ਗੁਰੂ ਜੀ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ। ਪਿਆਰ ਨਾਲ ਕਹਿ ਦਿਓ ਸਾਰੇ ਵਾਹ ਅਰਜਨ ਦੇਵ ਸਾਹਿਬ ਜੀ ਮਹਾਰਾਜ।
ਤਿਨ ਕੋ ਦਿਓ ਸੀਸ ਹੈ ਮੇਰਾ। ਇਹ ਜਿਹੜਾ ਸਿਰ ਹੈ ਇਹ ਮੈਂ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਦੇ ਦਿੱਤਾ, ਕਹਿਣ ਲੱਗੇ। ਕਿੱਡੀ ਦ੍ਰਿੜਤਾ ਜੀ। ਹਾਂਜੀ, ਨਮਰ ਨਾ ਕਹਿ ਆਗੇ ਕਿਸ ਬੇਰਾ। ਇਸ ਕਰਕੇ ਹੁਣ ਇਹ ਸਿਰ ਕਿਸੇ ਹੋਰ ਦੇ ਅੱਗੇ ਝੁਕ ਨਹੀਂ ਸਕਦਾ। ਹਾਂਜੀ, ਤਿਨਹੁ ਕੇ ਮੈਂ ਨਿਤ ਅਨੁਸਾਰੀ। ਮੈਂ ਜੇ ਅਨੁਸਾਰੀ ਆ ਤੇ ਮੈਂ ਆਪਣੇ ਸਤਿਗੁਰੂ ਜੀ ਦੇ ਅਨੁਸਾਰੀ ਹਾਂ। ਕਿਮ ਪਾਹਨ ਕੋ ਪ੍ਰਭੂ ਉਚਾਰੀ। ਮੈਂ ਕਿਵੇਂ ਉਸ ਪੱਥਰ ਨੂੰ ਰੱਬ ਕਹਿ ਦਿਆਂ। ਹਾਂਜੀ, ਰਿਸਿਓ ਭੂਪ ਇਹੋ ਡਰਤ ਨ ਥੋਰਾ। ਉਹ ਰਾਜੇ ਨੂੰ ਹੋਰ ਗੁੱਸਾ ਚੜ ਗਿਆ ਜੀ। ਕਹਿਣ ਲੱਗਾ ਇਹ ਤਾਂ ਥੋੜਾ ਵੀ ਨਹੀਂ ਡਰਦਾ। ਦੇਹੋ ਸਜਾਏ ਮਮ ਨਿਕਟ ਸੋ ਘੋਰਾ। ਕਹਿੰਦਾ ਇਹਨੂੰ ਵੱਡੀ ਸਜ਼ਾ ਦੇਣਾ ਮੈਂ ਹੁਣੇ। ਹਾਂਜੀ, ਜੰਗ ਏਕ ਇਸ ਕੀ ਟੁਕ ਦੀਜੈ ਹੈ। ਕਹਿਣ ਲੱਗਾ ਇਹਦੀ ਇੱਕ ਲੱਤ ਫੜ ਕੇ ਵੱਢ ਦਿਓ। ਕਹਿਣ ਲੱਗਾ, ਗੱਜ ਕੇ ਆਖੋ ਵਾਹਿਗੁਰੂ। ਭਾਈ ਕਲਿਆਣਾ ਜੀ ਬਾਰੇ ਆਖਿਆ ਵੀ ਇਹਨਾਂ ਦੀ ਇੱਕ ਲੱਤ ਫੜ ਕੇ ਵੱਢ ਦਿਓ। ਹਾਂਜੀ, ਆਪਨ ਰਾਜ ਤੇ ਬਾਹਰ ਕੀਜੈ ਹੈ। ਤੇ ਲੱਤ ਵੱਢ ਕੇ ਬਾਹਰ ਕਰ ਦਿਓ, ਵੇਖਾਂਗੇ ਗੁਰੂ ਕੋਲ ਕਿਵੇਂ ਪਹੁੰਚਦਾ ਹੈ। ਹਾਂਜੀ, ਇਮ ਸੁਣ ਕੇ ਆਏ ਚੰਡਾਲਾ। ਇਹ ਸੁਣ ਕੇ ਉਹ ਚੰਡਾਲ ਆ ਗਏ ਜੀ, ਜਿਨ੍ਹਾਂ ਨੇ ਲੱਤ ਵੱਢਣੀ ਸੀਗੀ ਜੀ। ਹਾਂਜੀ, ਮਨ ਕਲਿਆਣੇ ਗੁਰੂ ਸੰਭਾਲਾ। ਤੇ ਕਹਿੰਦੇ ਆ ਮਨ ਕਲਿਆਣੇ ਗੁਰੂ ਸੰਭਾਲਾ। ਉਧਰੋਂ ਚੰਡਾਲ ਆ ਗਏ, ਉਧਰੋਂ ਫਿਰ ਭਾਈ ਕਲਿਆਣਾ ਜੀ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਯਾਦ ਕੀਤਾ ਜੀ। ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। ਅਰਜਨ ਦੇਵ ਗੁਰੂ ਜਪਿਓ ਜਿਨ ਅਰਜਨ। ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। ਭਾਈ ਕਲਿਆਣਾ ਜੀ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਯਾਦ ਕੀਤਾ। ਅਬ ਸਹਾਏ ਕੋ ਸਮੋ ਤੁਮਾਰਾ। ਸੱਚੇ ਪਾਤਸ਼ਾਹ ਤੁਸਾਂ ਕਿਹਾ ਸੀ ਮੈਂ ਤੇਰੀ ਰਾਖੀ ਕਰਾਂਗਾ। ਮਹਾਰਾਜ ਮੈਂ ਤੇ ਆਪਣਾ ਕੰਮ ਕਰਨਾ ਸ਼ੁਰੂ ਕਰਤਾ, ਹੁਣ ਤੁਹਾਡਾ ਰਾਖੀ ਕਰਨ ਦਾ ਸਮਾਂ ਹੈ। ਚਲਤ ਸਮੈ ਮੁਖ ਬਾਕੂ ਚਾਰਾ। ਮਹਾਰਾਜ ਤੁਸਾਂ ਕਿਹਾ ਸੀ ਜਦੋਂ ਮੈਂ ਤੁਰਨ ਲੱਗਾ ਸਾਂ ਅਸੀਂ ਤੇਰੀ ਰਾਖੀ ਕਰਾਂਗੇ। ਹਾਂਜੀ, ਗੁਰੂ ਸਹਾਏ ਹੋਏ ਚਲ ਜਾਵੋ। ਮਹਾਰਾਜ ਤੁਸੀਂ ਕਿਹਾ ਸੀ ਗੁਰੂ ਸਹਾਏ ਹੋਏ ਚੱਲ ਜਾਵੋ। ਗੁਰੂ ਤੇਰਾ ਰਾਖਾ ਹੋਏਗਾ, ਤੂੰ ਜਾ। ਮਹਾਰਾਜ ਹੁਣ ਰਾਖੀ ਕਰੋ ਮੇਰੀ। ਹਾਂਜੀ, ਆਪ ਹਾਥ ਦੇ ਨਾਥ ਬਚਾਵੋ। ਸੱਚੇ ਪਾਤਸ਼ਾਹ ਹੁਣ ਸਮਾਂ ਆ ਗਿਆ, ਹੁਣ ਕਿਰਪਾ ਕਰਕੇ ਮੈਨੂੰ ਬਚਾਓ ਮਹਾਰਾਜ। ਹਾਂਜੀ, ਜੰਗ ਕਾਟਬੇ ਲਗ ਜੰਦਾਲ। ਉਧਰੋਂ ਸਾਧ ਸੰਗਤ ਜੀ ਜਦੋਂ ਲੱਤ ਫੜ ਲਈ, ਚੰਡਾਲ ਮਾਰਨ ਲੱਗਾ ਨਾ ਜੀ, ਲੱਤ ਵੱਢਣ ਲੱਗਾ। ਹਾਂਜੀ, ਤਤ ਛਿਨ ਬਹਿਬਲ ਭਇਓ ਨਿਰਪਾਲ। ਹਾਂਜੀ, ਖਰੋ ਹੁਤੋ ਮੂਰਛ ਗਿਰ ਪਰਿਓ। ਬਸ ਗੁਰੂ ਅਰਜਨ ਸਾਹਿਬ ਨੇ ਤਤਕਾਲ ਹੀ ਕਿਰਪਾ ਕੀਤੀ ਜੀ। ਫਿਰ ਜੀ ਆਪਣੇ ਸੇਵਕ ਕੋ ਨਿਕਟੇ ਹੋਏ ਦਿਖਾਵੇ। ਸਾਧ ਸੰਗਤ ਜੀ ਜਦੋਂ ਵੱਢਣ ਲੱਗੇ ਨਾ ਲੱਤ, ਉਹਨਾਂ ਚਿਰ ਨੂੰ ਮਹਾਰਾਜ ਨੇ ਲੀਲਾ ਵਰਤਾਈ। ਰਾਜਾ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਗਿਆ ਜੀ। ਰਾਜਾ ਹੀ ਡਿੱਗ ਗਿਆ ਜੀ। ਹੁਣ ਇੱਕ ਬੰਨੇ ਰਾਜਾ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਰਿਹਾ ਹੋਵੇ, ਲੱਤ ਵੱਢਣ ਦਾ ਥੋੜੀ ਚੇਤੇ ਰਹਿਣਾ ਜੀ ਕਿਸੇ ਨੂੰ। ਹਾਂਜੀ, ਮੁਖ ਬਿਬਰਨ ਕੰਪਤ ਤਰਫਰਿਓ। ਤੇ ਕਹਿਣ ਲੱਗੇ ਉਹ ਤੜਫਣ ਲੱਗ ਪਿਆ ਜੀ। ਹਾਂਜੀ, ਬੇਹੋਸ਼ੀ ਦੀ ਹਾਲਤ ਵਿੱਚ ਨਾ ਤੜਫਣ ਦਿਆ, ਸੁੱਧ ਨਹੀਂ ਹੈਗੀ ਰਾਜੇ ਨੂੰ ਕੋਈ ਜੀ। ਹਾਂਜੀ, ਗਹਿ ਅੰਗਨ ਕੋ ਨਰਨ ਉਠਾਵਾ। ਉਹ ਲੋਕਾਂ ਨੇ ਫੜਿਆ ਉਹਨੂੰ, ਧਰਤੀ ਤੋਂ ਚੁੱਕਿਆ, ਪਰ ਰਾਜਾ ਬੇਸੁੱਧ ਹੋਇਆ ਪਿਆ ਜੀ। ਹਾਂਜੀ, ਨਹਿ ਸਰੀਰ ਕੀ ਸੁਧ ਬੇਕੁਲਾਵਾ। ਹਾਂਜੀ, ਇਮ ਦੇਖਤ ਤਿਆਗਿਓ ਕਲਿਆਣਾ। ਉਹ ਉਧਰ ਵੇਖਿਆ ਜਦੋਂ ਚੰਡਾਲਾਂ ਨੇ ਤੇ ਭਾਈ ਕਲਿਆਣੇ ਨੂੰ ਛੱਡ ਦਿੱਤਾ ਜੀ। ਕਰਤੀ ਨਾ ਮਹਾਰਾਜ ਨੇ ਰਾਖੀ। ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। ਗੱਜ ਕੇ ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। ਜਿਹੜੇ ਗੁਰੂ ਅਰਜਨ ਸਾਹਿਬ ਨੂੰ ਜਪਦੇ ਹਨ, ਫਿਰ ਸੰਕਟ ਜੋਨ ਗਰਭ ਨਾ ਆਇਓ। ਉਹਨਾਂ ਨੂੰ ਨਾ ਸੰਕਟ ਪੈਂਦਾ,
ਨਾ ਉਹਨਾਂ ਦਾ ਜੰਮਣਾ ਮਰਨਾ ਹੀ ਆਉਂਦਾ ਹੈ। ਸਾਧ ਸੰਗਤ ਮਹਾਰਾਜ ਨੇ ਬਚਾ ਲਿਆ ਸੰਕਟ ਤੋਂ, ਰਾਜੇ ਨੂੰ ਹੀ ਬੇਹੋਸ਼ ਕਰ ਦਿੱਤਾ ਜੀ। ਹਾਂਜੀ, ਨ੍ਰਿਪ ਉਪਚਾਰ ਕਰਹਿ ਮਿਲ ਨਾਨਾ। ਉਹ ਸਾਰੇ ਰਾਜੇ ਦਾ ਉਪਚਾਰ ਕਰਨ ਲੱਗ ਪਏ ਜੀ। ਹਾਂਜੀ, ਸੀਤਲ ਜਲ ਸੁਗੰਧ ਬਹੁ ਲਿਆਏ। ਠੰਡਾ ਠੰਡਾ ਜਲ ਲਿਆਉਣ, ਹਵਾ ਚੱਲਣ ਉਹਨੂੰ। ਹਾਂਜੀ, ਮੰਦ ਮੰਦ ਕਰ ਪੌਣ ਝੁਲਾਏ। ਪਰ ਉਹ ਹਵਾ ਤੇ ਚੱਲਦੇ ਆ, ਪਰ ਤਾਉ ਨਾ ਸੁਧ ਨ੍ਰਿਪ ਕੇ ਤਨ ਆਈ। ਰਾਜੇ ਨੂੰ ਨਹੀਂ ਹੋਸ਼ ਆਈ ਜੀ। ਹਾਂਜੀ, ਬਹਿਬਲ ਹੋਏ ਪਰਿਓ ਤਿਸ ਥਾਈ। ਬੇਬਲ ਹੋਏ ਪਰਿਓ ਤਿਸ ਥਾਈ, ਬੇਬਲ ਹੋ ਗਿਆ ਜੀ, ਉੱਥੇ ਹੀ ਪਿਆ ਹੋਇਆ ਜੀ ਉਹ। ਹਾਂਜੀ, ਸੁਮਤ ਵੰਤ ਜੇ ਮਾਨਵ ਤਹਾਂ। ਉਹ ਸਿਆਣੇ ਜਿਹੜੇ ਮਨੁੱਖ ਉੱਥੇ ਕੋਲ ਸਨ ਨਾ, ਉਹ ਸਾਰੇ ਕਰਹਿ ਵਿਚਾਰਨ ਹੋਇਓ ਕਹਾਂ। ਉਹ ਕਹਿੰਦੇ ਵੀ ਰਾਜਾ ਚੰਗਾ ਭਲਾ, ਨਾ ਕੋਈ ਰੋਗ, ਨਾ ਦੁੱਖ, ਨਾ ਤਕਲੀਫ, ਨਾ ਚਿੰਤਾ, ਇੱਕਦਮ ਕੀ ਹੋਇਆ ਹੈ। ਹਾਂਜੀ, ਹੁਕਮ ਬਦੇਸੀ ਨਰ ਪਰ ਕੀਨ। ਕਹਿਣ ਲੱਗੇ ਉਹ ਵਿਦੇਸ਼ੀ ਬੰਦੇ 'ਚ ਕੋਈ ਗੱਲ ਹੈਗੀ ਹੈ। ਉਹਦੇ ਤੇ ਇਹਨੇ ਹੁਕਮ ਕੀਤਾ ਸੀ, ਲੱਤ ਵੱਢਣ ਦਾ ਹੁਕਮ ਕੀਤਾ ਸੀ। ਏਕ ਜੰਗ ਕੋ ਕੀਨ ਸਹੀਨ। ਜਬ ਜੰਦਾਲ ਗਇਓ ਤੇ ਸਤੀਰ। ਗ੍ਰੇਸਿਓ ਨ੍ਰਿਪਤ ਸੁਧ ਨਹਿ ਸਰੀਰ। ਜਦੋਂ ਜੰਦਾਲ ਉਹ ਲੱਤ ਵੱਢਣ ਲੱਗੇ, ਉਦੋਂ ਹੀ ਇਹਨੂੰ ਕੁਝ ਹੋਇਆ ਹੈ। ਉਹ ਵਿਦੇਸ਼ੀ ਬੰਦੇ 'ਚ ਕੋਈ ਗੱਲ ਹੈਗੀ ਹੈ। ਭਾਈ ਕਲਿਆਣਾ ਜੀ ਬਾਰੇ ਕਹਿਣ ਸਾਰੇ। ਹਾਂਜੀ, ਜਾਂ ਤੇ ਤਿਸ ਕੋ ਕਰਹੁ ਪ੍ਰਸੰਨ। ਕਹਿੰਦੇ ਇਸ ਕਰਕੇ ਉਹਨੂੰ ਖੁਸ਼ ਕਰੋ ਸਾਰੇ, ਗੱਜ ਕੇ ਆਖੋ ਵਾਹਿਗੁਰੂ। ਭਾਈ ਕਲਿਆਣਾ ਜੀ ਨੂੰ ਖੁਸ਼ ਕਰਨ ਬਾਰੇ ਗੱਲਾਂ ਕਰਨ ਦਾ ਜੀ। ਹਾਂਜੀ, ਜਿਮ ਸੋ ਕਹੈ ਲੀਜੀਏ ਮਨ। ਉਹ ਜਿਵੇਂ ਕਹਿੰਦਾ ਉਵੇਂ ਮੰਨ ਲਓ, ਜੇ ਰਾਜੇ ਨੂੰ ਰਾਜੀ ਕਰਨਾ ਤੇ। ਹਾਂਜੀ, ਸੁਣ ਕੇ ਸਭ ਨੇ ਨਿਸ਼ਚੈ ਧਰਿਓ। ਸੁਣ ਕੇ ਸਾਰੇ ਵਿਚਾਰ ਕਰਦੇ ਵੀ ਗੱਲ ਤੇ ਠੀਕ ਹੈਗੀ ਹੈ ਇਹਨਾਂ ਦੀ। ਹਾਂਜੀ, ਇਮ ਹੀ ਭਈ ਤਾਹੇ ਕੁਛ ਕਰਿਓ। ਇਮ ਹੀ ਭਈ ਤਾਹੇ ਕੁਛ ਕਰਿਓ। ਇੰਝ ਹੀ ਫਿਰ ਹੋਇਆ। ਉਹ ਹੁਣ ਭਾਈ ਕਲਿਆਣਾ ਜੀ ਦੇ ਕੋਲ ਆਉਂਦੇ ਆ ਸਾਰੇ। ਵੇਖ ਲਓ, ਗੁਰੂ ਅਰਜਨ ਸਾਹਿਬ ਜੀ ਨੂੰ ਯਾਦ ਕੀਤਾ, ਗੁਰੂ ਅਰਜਨ ਸਾਹਿਬ ਨੇ ਦੁੱਖ ਦੂਰ ਕਰਤੇ ਭਾਈ ਕਲਿਆਣਾ ਜੀ। ਮਹਾਰਾਜ ਆਪਣੇ ਸਿੱਖਾਂ ਦੇ ਸਹਾਈ ਹੁੰਦੇ ਹਨ। ਆਓ ਪੰਕਤੀ ਪੜ੍ਹ ਲਓ ਤੇ ਫਿਰ ਆਪਾਂ ਖਿਮਾ ਮੰਗੀਏ। ਕੋਈ ਰਸਨਾ ਵਾਂਝੀ ਨਾ ਰਹੇ ਜੀ। ਜਪਿਓ ਜਿਨ ਅਰਜਨ ਦੇਵ ਗੁਰੂ। 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 ਅਰਜਨ ਦੇ ਫਿਰ ਸੰਕਟ ਜੋਨ ਗਰਭ ਨਾ ਆਇਓ। ਫਿਰ ਸੰਕਟ ਜੋਨ। ਜਪਿਓ ਜਿਨ ਅਰਜਨ ਦੇਵ ਗੁਰੂ। ਜਪਿਓ ਫਿਰ ਸੰਕਟ ਜੋਨ ਗਰਭ ਨਾ ਆਇਓ। ਫਿਰ ਸੰਕਟ ਜੋਨ ਗਰਭ ਨਾ। ਜਪਿਓ ਜਿਨ ਅਰਜਨ ਦੇਵ ਗੁਰੂ। ਜਪੋ ਜਿਨ ਅਰਜਨ ਫਿਰ ਸੰਕਟ ਜੋਨ ਗਰਭ ਨਾ ਆਇਓ। ਫਿਰ ਸੰਕਟ ਗਰਭ ਨਾ। ਜਪਿਓ ਜਿਨ ਅਰਜਨ ਦੇਵ ਗੁਰੂ। ਜਪਿਓ ਬਸ ਜਪਣ ਦਾ ਮਤਲਬ ਹੁੰਦਾ ਯਾਦ ਕਰਨਾ ਜੀ। ਜਿਹੜਾ ਯਾਦ ਕਰਦਾ, ਜਪ ਕਰਦਾ, ਮਹਾਰਾਜ ਫਿਰ ਉਹਦੇ ਤੇ ਮਿਹਰ ਕਰਦੇ, ਕਿਰਪਾ ਕਰਦੇ। ਵੇਖ ਲਓ
ਕਿਵੇਂ ਸਹਾਇਤਾ ਕੀਤੀ ਜੀ। ਉਧਰੋਂ ਜਲਾਦ ਢੰਗ ਵੱਢਣ ਲੱਗ ਪਏ ਲੱਤ ਜੀ, ਉਧਰੋਂ ਭਾਈ ਸਾਹਿਬ ਨੇ ਮਹਾਰਾਜ ਨੂੰ ਯਾਦ ਕਰ ਲਿਆ ਜੀ। ਇੱਕ ਗੱਲ ਹੋਰ ਮੈਂ ਆ ਕਹਿ ਕੇ ਖਿਮਾ ਮੰਗਦਾ, ਟਾਵਰ ਪੂਰੇ ਆਉਂਦੇ ਹੋਣ ਤੇ ਫੋਨ ਉਸੇ ਵੇਲੇ ਮਿਲਦਾ ਜੀ ਬੰਦੇ ਦਾ ਜੀ। ਨੈਟਵਰਕ ਪੂਰਾ ਹੋਵੇ ਨਾ ਜੀ ਤੇ ਫੋਨ ਉਸੇ ਵੇਲੇ ਮਿਲ ਜਾਂਦਾ ਜੀ। ਹਾਂਜੀ, ਤੇ ਨੈਟਵਰਕ ਨਾ ਹੋਵੇ ਜੀ ਤੇ ਬੰਦਾ ਰਿੰਗ ਕਰੀ ਜਾਵੇ, ਗਾਂ ਟੱਲੀ ਨਹੀਂ ਵੱਜਦੀ ਜੀ। ਅੰਦਰ ਦਾ ਨੈਟਵਰਕ ਸਹੀ ਕਰੀਏ ਨਾ ਜੀ, ਮਹਾਰਾਜ ਕਿਰਪਾ ਕਰ ਦੇਣ, ਬਖਸ਼ਿਸ਼ ਕਰ ਦੇਣ। ਸਾਡੇ ਅੰਦਰ ਦਾ ਨੈਟਵਰਕ ਠੀਕ ਹੋ ਗਿਆ ਨਾ ਜੀ, ਅਰਦਾਸ ਉਸੇ ਵੇਲੇ ਮਹਾਰਾਜ ਦੇ ਚਰਨਾਂ 'ਚ ਪਹੁੰਚ ਜਾਣੀ ਜੀ। ਇਹਨੂੰ ਸੈੱਟ ਕਰਨਾ ਪੈਣਾ ਜੀ। ਉਹ ਕੀ ਹੋਇਆ? ਸਤਿਗੁਰਾਂ ਨਾਲ ਪਿਆਰ। ਮਹਾਰਾਜ ਕਿਰਪਾ ਕਰਨ। ਜਪੋ ਪ੍ਰੇਮ ਨਾਲ ਵਾਹਿਗੁਰੂ 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 ਵਾਹਿਗੁਰੂ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਓ। ਗੱਜ ਕੇ ਬੁਲਾਓ ਫਤਿਹ ਜੀ। ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ